हेलो बच्चों, ਅੱਜ ਆਪਾਂ ਕਲਾਸ 12 ਦੇ 3rd ਚੈਪਟਰ ਮੈਟ੍ਰਿਸਿਸ ਦੇ ਬੇਸਿਕ ਕਨਸੈਪਟ ਦੀ ਰਿਵੀਜ਼ਨ ਕਰਾਂਗੇ ਅਤੇ ਨਾਲ ਦੀ ਨਾਲ ਉਹਦੇ ਬਣਦੇ 1 ਨੰਬਰ ਦੇ ਕੁਐਸਚਨ ਦੀ ਪ੍ਰੈਕਟਿਸ ਵੀ ਕਰਾਂਗੇ। ਸੋ ਫਸਟ ਆਫ ਆਲ ਮੈਟ੍ਰਿਕਸ ਕੀ ਸੀਗਾ ਆਪਣੇ ਕੋਲ? ਇਟ ਇਜ਼ ਅ ਰੈਕਟੈਂਗੂਲਰ ਅਰੇਂਜਮੈਂਟ ਆਫ ਨੰਬਰਸ ਰੀਅਲ ਵੀ ਹੋ ਸਕਦੇ ਆ, ਕੰਪਲੈਕਸ ਵੀ ਹੋ ਸਕਦੇ ਆ। ਜਿਸ ਤਰ੍ਹਾਂ ਆਪਾਂ ਇੱਕ ਐਗਜ਼ਾਮਪਲ ਲਿਖ ਲੈਨੇ ਆ। ਇਸ ਮੈਟ੍ਰਿਕਸ ਦੇ ਵਿੱਚ ਆਪਣੇ ਕੋਲ ਪਹਿਲੇ 6 ਨੈਚੁਰਲ ਨੰਬਰ ਲਏ ਨੇ। ਆਪਾਂ 6 ਨੈਚੁਰਲ ਨੰਬਰਸ ਨੂੰ ਆਪਾਂ ਇੱਕ ਅਰੇਂਜਮੈਂਟ ਦੀ ਫਾਰਮ 'ਚ ਲਿਖ ਲਿਆ। ਜੇ 1 ਤੇ 2 ਆਪਾਂ ਫਸਟ ਹੋਰੀਜ਼ੋਨਟਲ ਲਾਈਨ ਆਫ ਨੰਬਰਸ ਲਿਖ ਲਿਆ, 3 ਤੇ 4 ਨੂੰ ਆਪਾਂ ਸੈਕੰਡ ਲਾਈਨ ਦੇ ਵਿੱਚ ਲਿਖ ਲਿਆ, 5 ਤੇ 6 ਨੂੰ ਆਪਾਂ ਥਰਡ ਲਾਈਨ ਦੇ ਵਿੱਚ ਲਿਖ ਲਿਆ। ਜਿਹੜੀਆਂ ਹੋਰੀਜ਼ੋਨਟਲ ਲਾਈਨਸ ਆਫ ਨੰਬਰਸ ਨੇ, ਥੀਸ ਆਰ ਨੋਨ ਐਜ਼ ਦਾ ਰੋਜ਼। ਇਸ ਮੈਟ੍ਰਿਕਸ ਦੇ ਵਿੱਚ 3 ਰੋ ਨੇ। ਇਸੇ ਤਰ੍ਹਾਂ ਆਪਾਂ ਮੈਟ੍ਰਿਕਸ ਨੂੰ ਦੇਖ ਸਕਦੇ ਹਾਂ, ਇਹਦੇ ਵਿੱਚ ਆਪਣੇ ਕੋਲ ਵਰਟੀਕਲ ਲਾਈਨ ਆਫ ਨੰਬਰਸ ਵੀ ਬਣਦਾ ਹੈ, ਜਿਵੇਂ 1 3 5 2 4 6। ਥੀਸ ਆਰ ਦਾ ਵਰਟੀਕਲ ਲਾਈਨਸ ਆਫ ਨੰਬਰਸ, ਇਹਨਾਂ ਨੂੰ ਆਪਾਂ ਕਹਿੰਦੇ ਆ ਕਾਲਮਸ। ਸੋ ਇਸ ਮੈਟ੍ਰਿਕਸ ਦੇ ਵਿੱਚ ਆਪਣੇ ਕੋਲ 3 ਰੋ ਨੇ ਤੇ 2 ਕਾਲਮ ਨੇ। ਅਗਰ ਆਪਾਂ ਲਿਖ ਦਿੰਦੇ ਆ 3/2 then that is known as the order of the matrix। ਅਗਰ ਕਿਸੇ ਮੈਟ੍ਰਿਕਸ ਦੇ ਵਿੱਚ m ਰੋਜ਼ ਨੇ ਅਤੇ n ਕਾਲਮ ਨੇ then that matrix is known as the m/n matrix। ਤੇ m/n ਇਹਦਾ ਆਰਡਰ ਹੋ ਜਾਂਦਾ। ਜਿਵੇਂ ਇਹ ਵਾਲਾ ਮੈਟ੍ਰਿਕਸ ਆਪਣੇ ਕੋਲ ਐਗਜ਼ਾਮਪਲ ਲਈ ਆ, ਇਸ ਮੈਟ੍ਰਿਕਸ ਦੇ ਵਿੱਚ ਆਪਣੇ ਕੋਲ ਇਹਦਾ ਆਰਡਰ ਹੈਗਾ 3/2। ਤੁਸੀਂ ਯਾਦ ਰੱਖਣਾ r/c। r is the order, r is the number of rows and c is the number of columns। so r/c is the order of the given matrix। ਤੇ m ਤੇ n ਨੂੰ ਆਪਾਂ ਕੋਲ ਡਾਈਮੈਂਸ਼ਨਸ ਕਹਿ ਦਿੰਨੇ ਆ। ਨੈਕਸਟ ਆਪਣੇ ਕੋਲ ਇੱਕ ਜਨਰਲ ਮੈਟ੍ਰਿਕਸ ਲਿਖ ਲਿਆ। ਦੇਖੋ, ਜਦੋਂ ਤੁਸੀਂ ਸੀਕੁਐਂਸ ਸੀਰੀਜ਼ ਪੜ੍ਹਦੇ ਸੀਗੇ ਕਲਾਸ 10th ਦੇ ਵਿੱਚ ਜਾਂ +1 ਦੇ ਵਿੱਚ ਸੀਕੁਐਂਸ ਪੜ੍ਹੀ ਸੀ, ਤਾਂ ਉਹਦੇ ਵਿੱਚ ਆਪਾਂ ਐਲੀਮੈਂਟਸ ਕਿਵੇਂ ਲਿਖਦੇ ਸੀ? a1 a2 a3। ਤਾਂ ਇਹਦੇ ਵਿੱਚ ਇਹ ਜਿਹੜਾ 1 2 3 ਲਿਖਿਆ ਇਹਦੇ ਪੈਰ ਦੇ ਵਿੱਚ, a ਦੇ ਵਿੱਚ, ਇਹ ਕੀ ਸਪੈਸੀਫਾਈ ਕਰਦੇ ਦੀ ਪੋਜੀਸ਼ਨ ਕਿਹੜੀ ਆ। ਇਸੇ ਤਰ੍ਹਾਂ ਜਿਹੜਾ ਮੈਟ੍ਰਿਕਸ ਹੁੰਦਾ, ਇਹਦੇ ਵਿੱਚ ਆਪਾਂ a ਦੇ ਪੈਰ ਦੇ ਵਿੱਚ 1 1 ਲਿਖਤਾ, ਕਿਉਂਕਿ ਇੱਥੇ ਐਲੀਮੈਂਟ ਜਿਹੜਾ ਰੋ ਦੇ ਵਿੱਚ ਵੀ ਹੈ, ਕਾਲਮ ਦੇ ਵਿੱਚ ਵੀ ਹੈ। ਤੁਹਾਨੂੰ ਸਪੈਸੀਫਾਈ ਕਰਨ ਵਾਸਤੇ ਆਪਾਂ ਉਹਦੇ ਪੈਰ 'ਚ ਲਿਖਤਾ ਕਿਹੜੀ ਰੋ ਦੇ ਵਿੱਚ ਆ ਤੇ ਕਿਹੜੀ ਕਾਲਮ 'ਚ ਹੈ। r/c ਜਾ ਰੱਖਣਾ, ਪਹਿਲਾਂ r ਆਂਦਾ ਫਿਰ c ਆਂਦਾ, ਕਿਹੜੀ ਰੋ 'ਚ ਕਿਹੜੀ ਕਾਲਮ 'ਚ। ਇਸੇ ਤਰ੍ਹਾਂ ਆਪਣੇ ਕੋਲ ਜਿਵੇਂ a1 2 ਦੀ ਗੱਲ ਕਰੀਏ, ਕਿਹੜੀ ਰੋ 'ਚ ਹੈ ਇਹ? 1 ਮਤਲਬ ਫਸਟ ਰੋ, 2 ਦਾ ਮਤਲਬ ਸੈਕਿੰਡ ਕਾਲਮ। ਤਾਂ 11 12 13 11 12 13 21 22 23 31 32 33। ਤਾਂ ਇਸ ਤਰ੍ਹਾਂ ਯਾਦ ਰੱਖਣਾ ਹੈ। ਜਿਵੇਂ ਆਪਣੇ ਕੋਲ a32 ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਐਲੀਮੈਂਟ ਹੈ ਇਹ? ਜਿਹੜਾ ਥਰਡ ਰੋ ਦੇ ਵਿੱਚ ਆ ਤੇ ਸੈਕਿੰਡ ਕਾਲਮ ਦੇ ਵਿੱਚ ਆ। ਅਗਰ ਆਪਾਂ ਇਸ ਮੈਟ੍ਰਿਕਸ ਦੇ ਆਰਡਰ ਦੀ ਗੱਲ ਕਰੀਏ ਤਾਂ ਆਰਡਰ ਕਿੰਨਾ ਹੋਏਗਾ? ਕਿਉਂਕਿ ਇਹਦੇ ਵਿੱਚ 3 ਰੋਜ਼ ਨੇ 3 ਕਾਲਮ ਨੇ, ਤਾਂ ਇਹਦਾ ਆਰਡਰ ਹੋਏਗਾ 3/3। ਹੁਣ ਮੈਟ੍ਰਿਕਸ ਨੂੰ ਕੰਪੈਕਟ ਫਾਰਮ ਦੇ ਵਿੱਚ ਵੀ ਲਿਖਿਆ ਜਾ ਸਕਦਾ ਹੈ। ਦਿਸ ਇਜ਼ ਦਾ ਕੰਪੈਕਟ ਫਾਰਮ ਆਫ ਦਿਸ ਮੈਟ੍ਰਿਕਸ, ਜਿਹਦਾ ਆਰਡਰ m/n ਹੋਏਗਾ। ਇਹਦੇ ਵਿੱਚ ਅਗਰ ਆਪਾਂ ਕੱਲੇ aij ਦੀ ਗੱਲ ਕਰੀਏ ਤਾਂ ਐਲੀਮੈਂਟਸ ਨੇ ਇਸ ਦੇ। i ਦੱਸਦਾ ਆਪਾਂ ਨੂੰ ਕਿਹੜੀ ਰੋ ਦੇ ਵਿੱਚ ਆ, j ਦੱਸਦਾ ਕਿਹੜੀ ਕਾਲਮ ਦੇ ਵਿੱਚ ਆ। ਤਾਂ aij ਇਜ਼ ਏ ਐਲੀਮੈਂਟ। ਅਗਰ ਆਪਾਂ aij ਦੇ ਨਾਲ ਬ੍ਰੈਕਟ ਲਗਾ ਦਿੰਨੇ ਆ ਤਾਂ ਉਹਦੇ ਪੈਰ ਦੇ ਵਿੱਚ ਆਪਾਂ ਉਹਦਾ ਆਰਡਰ ਲਿਖ ਸਕਦੇ ਆ। ਸੋ ਦਿਸ ਇਜ਼ ਨੋਨ ਐਜ਼ ਦਾ ਕੰਪਲੀਟ ਮੈਟ੍ਰਿਕਸ। ਇਹ ਆਪਣਾ ਕੰਪੈਕਟ ਫਾਰਮ ਆਫ ਦਾ ਮੈਟ੍ਰਿਕਸ ਹੈਗੀ ਆ। ਕੁਐਸਚਨਸ ਕਰਦੇ ਆ। ਸਪੋਜ਼ ਕਰ ਲਓ ਤੁਹਾਡੇ ਕੋਲ ਕੋਈ ਮੈਟ੍ਰਿਕਸ ਹੈਗਾ A, ਜਿਹਦਾ ਆਰਡਰ ਹੈਗਾ 5/4। ਤੁਸੀਂ ਇਹ ਦੱਸਣਾ ਉਹਦੀ ਕਾਲਮ ਦੇ ਵਿੱਚ ਕਿੰਨੇ ਐਲੀਮੈਂਟਸ ਹੋਣਗੇ। ਦੈਨ ਈਚ ਕਾਲਮ ਆਫ ਮੈਟ੍ਰਿਕਸ A ਕੰਟੇਨਸ ਵਿਚ ਨੰਬਰ ਆਫ ਐਲੀਮੈਂਟਸ। ਤਾਂ ਉਹਦੇ ਵਿੱਚ ਆਪਾਂ ਕੀ ਲਿਖ ਸਕਦੇ ਹਾਂ? ਜਿਵੇਂ ਆਪਣੇ ਕੋਲ ਕੋਈ ਐਲੀਮੈਂਟ ਇੱਥੇ ਮੈਟ੍ਰਿਕਸ ਲਿਖ ਲਿਆ, ਇਹਦੇ ਵਿੱਚ 5 ਰੋਜ਼ ਨੇ, ਸੈਕਿੰਡ ਥਰਡ, ਆਪਾਂ ਨੂੰ ਇਹਦੇ ਐਲੀਮੈਂਟਸ ਨਹੀਂ ਪਤਾ, ਸਿਰਫ ਆਰਡਰ ਹੀ ਪਤਾ ਹੈ 4 5। ਇਹ 5 ਨੇ। ਇਸੇ ਤਰ੍ਹਾਂ ਇਹਦੇ ਵਿੱਚ ਜਿਹੜੇ ਕਾਲਮ ਨੇ, ਇਹ ਰੋਜ਼ ਹੋ ਗਈਆਂ 5, ਕਾਲਮ ਕਿੰਨੀਆਂ ਨੇ? 4। ਜਿਵੇਂ ਫਸਟ ਆ ਗਿਆ, ਇਹ ਸੈਕਿੰਡ ਥਰਡ, ਇਸ ਤਰ੍ਹਾਂ ਫੋਰਥ ਆ ਗਿਆ। ਤਾਂ ਇਸ ਦੇ ਵਿੱਚ ਆਪਣੇ ਕੋਲ ਦੇਖਣਾ ਇੱਕ ਕਾਲਮ ਦੇ ਵਿੱਚ ਕਿੰਨੇ ਐਲੀਮੈਂਟ ਨੇ। ਦਿਸ ਇਜ਼ ਦਾ ਕਾਲਮ। ਤਾਂ ਕਿੰਨੀਆਂ ਆਪਣੇ ਕੋਲ ਇੰਟਰਸੈਕਸ਼ਨ ਬਣ ਜਾਣਗੀਆਂ? 3 4 5। ਤਾਂ ਇੱਕ ਕਾਲਮ ਦੇ ਵਿੱਚ ਆਪਣੇ ਕੋਲ 5 ਐਲੀਮੈਂਟਸ ਆ ਰਹੇ ਨੇ। ਸਿਮਿਲਰਲੀ ਕਿਸੇ ਵੀ ਤੁਸੀਂ ਕਾਲਮ ਦੇ ਵਿੱਚ ਚੈੱਕ ਕਰ ਸਕਦੇ ਹੋ, ਇਹਦੇ ਵਿੱਚ ਆਪਣੇ ਕੋਲ ਹਰੇਕ ਕਾਲਮ ਦੇ ਵਿੱਚ 5 ਐਲੀਮੈਂਟ ਨੇ। ਸੋ ਕਰੈਕਟ ਆਪਸ਼ਨ ਕਿਹੜੀ ਹੈਗੀ? 5। ਅਗਰ ਇਹ ਦੱਸਣਾ ਹੋਵੇ ਵੀ ਇਹਦੀ ਰੋ ਦੇ ਵਿੱਚ ਕਿੰਨੇ ਐਲੀਮੈਂਟ ਸੀ, ਮੰਨ ਲਓ ਇਹਦਾ ਆਰਡਰ ਹੈਗਾ 5/4, ਤਾਂ ਰੋ ਦੇ ਵਿੱਚ ਕਿੰਨੇ ਐਲੀਮੈਂਟ ਨੇ? ਦੇਖੋ, ਇਹ ਫਸਟ ਰੋ ਆ, ਤਾਂ ਇਹਦੇ ਵਿੱਚ ਆਪਣੇ ਕੋਲ ਟੋਟਲ ਕਿੰਨੀਆਂ ਇੰਟਰਸੈਕਸ਼ਨ ਹੋਣੀਆਂ? 3 4। ਤਾਂ ਇਹ 'ਚ 4 ਐਲੀਮੈਂਟਸ ਬਣ ਜਾਂਦੇ। ਸੋ ਇਸ ਤਰ੍ਹਾਂ ਆਪਾਂ ਕੁਐਸਚਨ ਅਟੈਂਪਟ ਕਰ ਸਕਦੇ ਹਾਂ। ਨੈਕਸਟ ਤੁਹਾਡੇ ਕੋਲ ਹੈਗਾ
number of elements in a m by n order matrix will be equal to m plus n। ये दसना ट्रू है कि फॉल्स है। देखो अगर किसी भी मैट्रिक्स का ऑर्डर जिहड़ा हैगा m by n तो ਉਹਦੇ ਵਿੱਚ ਜਿਹੜੇ ਨੰਬਰ ਆਫ ਐਲੀਮੈਂਟਸ ਹੋਣਗੇ ਡੈਟ ਵਿਲ ਬੀ ਇਕੁਅਲ ਟੂ m into n। ਮੀਨ ਜਿਵੇਂ ਇਹ ਵਾਲਾ ਉੱਪਰ ਆਪਾਂ ਮੈਟ੍ਰਿਕਸ ਲਿਖਿਆ ਸੀ 5/4 ਆਰਡਰ ਦਾ, ਤਾਂ ਇਹਦੇ ਵਿੱਚ ਨੰਬਰ ਆਫ ਐਲੀਮੈਂਟਸ ਕਿੰਨੇ ਬਣਨਗੇ 20। ਸੋ ਇਹ ਆਪਣੇ ਕੋਲ ਫਾਲਸ ਹੋ ਗਿਆ, ਦਿਸ ਇਜ਼ ਫਾਲਸ। ਇਸ ਤੋਂ ਬਾਅਦ ਹੈਗਾ ਆਰਡਰ ਆਫ 5 6 7, ਇਹਦਾ ਆਰਡਰ ਦੱਸਣਾ। ਠੀਕ ਹੈ, ਇਹਦਾ ਆਰਡਰ ਕਿੰਨਾ ਹੋਏਗਾ? ਆਰਡਰ ਹੁੰਦਾ r/c ਵੀ ਰੋਜ਼ ਕਿੰਨੀਆਂ ਨੇ, ਕਾਲਮ ਕਿੰਨੀਆਂ ਨੇ। ਤਾਂ ਇਹਦੇ ਵਿੱਚ ਦੇਖੋ ਇੱਕੋ ਹੀ ਰੋ ਆ, ਹੋਰੀਜ਼ੋਨਟਲ ਲਾਈਨ ਆਫ ਨੰਬਰ 1 ਹੈ, ਵਰਟੀਕਲ ਲਾਈਨ ਆਫ ਨੰਬਰਸ ਕਿੰਨੀਆਂ ਨੇ 1 2 3। ਤਾਂ ਇਹਦਾ ਆਰਡਰ ਕਿੰਨਾ ਹੋਏਗਾ 1/3। ਇਹਨੂੰ ਆਪਾਂ ਅੱਗੇ ਜਾ ਕੇ ਪੜਾਂਗੇ। ਇਸ ਤਰ੍ਹਾਂ ਦੇ ਮੈਟ੍ਰਿਕਸ ਨੂੰ ਆਪਾਂ ਰੋ ਮੈਟ੍ਰਿਕਸ ਕਹਿੰਦੇ ਆ। ਇਸ ਤੋਂ ਬਾਅਦ ਕੁਐਸਚਨ ਆਂਦਾ you have to write the number of all possible matrices of order 2/2 with entries 0 1 or 2। मीन जिवें अपने कोल कोई मैट्रिक्स हैगा जिहदा ऑर्डर हैगा 2/2, तो इत्थे अपने कोल इहदा ऑर्डर 2/2 का मतलब की है? इहदे विच अपने कोल 4 प्लेसिस ने फिल करने वास्ते 1 2 3 4। तो हरेक एंट्री इत्थे आपां 0 फिल कर सकते हैं, ਜਾਂ ਆਪਾਂ 1 ਲਿਖ ਸਕਦੇ ਹਾਂ, ਜਾਂ ਆਪਾਂ ਇੱਥੇ 2 ਲਿਖ ਸਕਦੇ ਹਾਂ। ਸਿਮਿਲਰਲੀ ਇਹਨਾਂ ਆਪਸ਼ਨ ਵਾਸਤੇ ਵੀ ਤਾਂ ਹਰੇਕ ਪਲੇਸ ਵਾਸਤੇ ਆਪਣੇ ਕੋਲ ਕਿੰਨੀਆਂ ਆਪਸ਼ਨ ਬਣ ਰਹੀਆਂ ਨੇ 3, ਤੇ ਆਪਣੇ ਕੋਲ ਹਰੇਕ ਪਲੇਸ ਵਾਸਤੇ 3 ਆਪਸ਼ਨ ਬਣ ਰਹੀਆਂ ਨੇ। ਉਸ ਤੋਂ ਬਾਅਦ ਕਿੰਨੀਆਂ ਪਲੇਸਿਸ ਫਿਲ ਕਰਨੀਆਂ ਨੇ? ਦੇਖੋ ਇੱਕ ਪਲੇਸ ਵਾਸਤੇ 3 ਆਪਸ਼ਨ ਨੇ, ਤਾਂ ਸੈਕਿੰਡ ਪਲੇਸ ਵਾਸਤੇ ਕਿੰਨੀਆਂ ਆਪਸ਼ਨ ਬਣ ਗਈਆਂ? ਉਹਦੇ ਵਾਸਤੇ ਵੀ 3 ਆਪਸ਼ਨ ਬਣ ਗਈਆਂ। थर्ड प्लेस वास्ते ਇਹਦੇ ਵਾਸਤੇ 3 ਪਲੇਸਿਸ ਬਣ ਗਈਆਂ। फोर्थ प्लेस वास्ते 3 ਆਪਸ਼ਨ ਬਣ ਗਈਆਂ। सो ਇਹਦਾ ਆਰਡਰ ਕਿੰਨਾ? ਇਹਦਾ ਆਪਣੇ ਕੋਲ ਕਿੰਨੇ ਮੈਟ੍ਰਿਸਿਸ ਲਿਖ ਸਕਦੇ ਹੋ? ਜੇ ਮੈਂ ਇੱਕ ਐਗਜ਼ਾਮਪਲ ਲਿਖਦਾ 0 0 0 0, ਇਹ ਇਸ ਤਰ੍ਹਾਂ ਦੀ ਇੱਕ ਐਗਜ਼ਾਮਪਲ ਬਣ ਗਈ। ਹੋਰ ਕੋਈ ਲਿਖਣਾ ਹੋਵੇ, ਦੇਖੋ ਕਿਸੇ ਵੀ ਜਗ੍ਹਾ ਤੇ ਆਪਾਂ ਮੰਨ ਲਓ 1 ਲਿਖਤਾ, ਇਸ ਤਰ੍ਹਾਂ ਦੀ ਆਪਸ਼ਨ ਕੱਢਣੀ ਅਸੀਂ ਕਿੰਨੇ ਕੁ ਮੈਟ੍ਰਿਕਸ ਤੁਸੀਂ ਲਿਖ ਸਕਦੇ ਹੋ। ਹੁਣ ਆਪਾਂ ਸਾਰੇ ਮੈਟ੍ਰਿਸਿਸ ਇੱਥੇ ਲਿਖ ਨਹੀਂ ਸਕਦੇ, ਤਾਂ ਮੈਥਡ ਕੀ ਹੈ? ਤੁਸੀਂ ਕੀ ਫਾਈਂਡ ਕਰਨਾ ਹੈ ਵੀ ਇਹ ਦੇਖ ਲਓ ਵੀ ਇੱਕ ਪਲੇਸ ਵਾਸਤੇ ਜਿਵੇਂ ਚ 4 ਪਲੇਸਿਸ ਨੇਗੀਆਂ, ਤਾਂ ਇੱਕ ਪਲੇਸ ਵਾਸਤੇ ਆਪਣੇ ਕੋਲ ਕਿੰਨੀਆਂ ਆਪਸ਼ਨ ਨੇ? ਇੱਥੇ ਲਿਖਿਆ ਹੋਇਆ ਹੈ 1 2 3 ਪਲੇਸ 3 ਆਪਸ਼ਨ ਨੇ, ਤਾਂ 3 ਆਪਸ਼ਨ ਹੋ ਗਈਆਂ। ਉਸ ਤੋਂ ਨੰਬਰ ਆਫ ਪਲੇਸਿਸ ਕਿੰਨੇ ਨੇ, ਜਾਂ ਨੰਬਰ ਇਹਦਾ ਆਰਡਰ ਕਿੰਨੇ ਐਲੀਮੈਂਟਸ ਆਪਣੇ ਕੋਲ ਹੈਗੇ ਨੇ? ਜਿਵੇਂ 2/2 4 ਨੇ, ਤਾਂ 4 ਪਲੇਸਿਸ ਹੋਣਗੀਆਂ। 3 into 3 into 3 into 3, ਤਾਂ 3 ਦੀ ਪਾਵਰ 4 ਆ ਗਿਆ। ਸੋ ਦਿਸ ਇਜ਼ ਇਕੁਅਲ ਟੂ 81। 81 ਇਜ਼ ਦਾ ਕਰੈਕਟ ਆਪਸ਼ਨ ਆਪਣੇ ਕੋਲ ਬਣ ਜਾਏਗੀ। ਤਾਂ ਬੇਸ ਦੇ ਵਿੱਚ ਆਪਾਂ ਲਿਖ ਲਿਆ ਕਰਾਂਗੇ ਵੀ ਕਿੰਨੀਆਂ ਐਂਟਰੀਜ਼ ਗਿਵਨ ਨੇ। ਇੱਥੇ ਆਪਾਂ ਲਿਖ ਲਿਆ ਕਰਾਂਗੇ ਉੱਪਰ ਇਹਦੇ ਵਿੱਚ ਨੰਬਰ ਆਫ ਐਲੀਮੈਂਟਸ ਕਿੰਨੇ ਨੇ। ਤਾਂ ਇਸ ਤਰ੍ਹਾਂ ਆਪਾਂ ਇਹਦਾ ਆਨਸਰ ਫਾਈਂਡ ਕਰ ਸਕਦੇ ਹਾਂ। ਨੈਕਸਟ ਹੈਗਾ ਇੱਕ ਮੈਟ੍ਰਿਕਸ ਗਿਵਨ ਆ, ਇਹਦੇ ਵਿੱਚ ਐਲੀਮੈਂਟਸ ਕੱਢਣੇ ਆ। ਤਾਂ ਇਸ ਤਰ੍ਹਾਂ ਦੀ ਕੋਈ ਕੈਲਕੂਲੇਸ਼ਨ ਆ ਮੈंने ਬਣਾਈ, ਇਹਦੇ ਵਿੱਚ A12 A23 ਫਾਈਂਡ ਕਰਨਾ ਹੈ। A12 ਕਿੰਨਾ ਹੋਏਗਾ? ਫਸਟ रो ਸੈਕਿੰਡ ਕੋਲਮ, ਤਾਂ ਫਸਟ रो ਸੈਕਿੰਡ ਕੋਲਮ ਕਿੰਨਾ ਆ ਗਿਆ? -6 ਆ ਗਿਆ। ਇਸੇ ਤਰ੍ਹਾਂ A23 ਫਾਈਂਡ ਕਰ ਲਓ, ਸੈਕਿੰਡ रो ਥਰਡ ਕੋਲਮ, ਇਹ ਕਿੰਨਾ ਬਣ ਗਿਆ? ਤੁਹਾਡੇ ਕੋਲ 1 ਆ ਗਿਆ। ਹੁਣ ਤੁਸੀਂ ਫਾਈਂਡ ਕਰਨਾ A12 ਦਾ ਮੋਡੂਲਸ, ਤਾਂ -6 ਦਾ ਇੱਥੇ ਇਹ ਮੋਡੂਲਸ ਹੈ, ਤਾਂ -3 into A23, ਤਾਂ A23 ਕੀ ਹੈ ਇੱਥੇ ਆਪਣੇ ਕੋਲ 1। ਸੋ -6 ਦਾ ਮੋਡੂਲਸ 6 ਆ ਗਿਆ। 6 - 3 = 3। ਸੋ ਇਹਦਾ ਆਨਸਰ ਆ ਗਿਆ 3। ਨੈਕਸਟ ਕੁਐਸਚਨ ਲਿਖਦੇ ਹਾਂ। दिस इज ए 3/2 मैट्रिक्स ਜਿਹਦੇ ਐਲੀਮੈਂਟਸ ਆਪਣੇ ਕੋਲ ਗਿਵਨ ਨੇ। ਇੱਕ ਫਾਰਮੂਲੇ ਦੇ ਨਾਲ ਆਪਣੇ ਕੋਲੇ ਡਿਫਾਈਨ ਕਰਤੇ ਵੀ ਐਲੀਮੈਂਟਸ ਇਸ ਤਰ੍ਹਾਂ ਦੇ ਹੋਣਗੇ। I-3j ਦਾ ਮੋਡੂਲਸ 1/2। ਯੂ ਹੈਵ ਟੂ ਫਾਈਂਡ A21। ਤਾਂ ਆਪਾਂ ਇੱਕ ਐਲੀਮੈਂਟ ਫਾਈਂਡ ਕਰਕੇ ਦਿਖਾਣਾ, ਤਾਂ ਇਹਦਾ A21 ਫਾਈਂਡ ਕਰਨਾ ਹੈ। ਮੀਨਸ ਪਹਿਲੇ ਨੰਬਰ ਤੇ I ਕਿੰਨਾ 2 ਤੇ J ਕਿੰਨਾ ਇਹਦੇ ਵਿੱਚ 1। ਸੋ ਇਹਦਾ ਮੋਡੂਲਸ ਫਾਈਂਡ ਕਰਨਾ। ਉਸ ਤੋਂ ਬਾਅਦ ਤਾਂ ਕਿੰਨਾ ਆ ਗਿਆ 1/2 2 - 3 - 1, so this is 1/2। so the correct answer कितना आ गया 1/2। next question देखो। next ਆਪਾਂ पढ़ते हैं types of matrices। देखो अगर किसी मैट्रिक्स ਦਾ ਜਿਹੜਾ ਹੈਗਾ order 1/n, ਜਿਵੇਂ ਮੈਂ ਪਹਿਲਾਂ ਵੀ एग्जांपल ਲਿਖੀ ਸੀ, ਜਿਵੇਂ ਕੋਈ ਵੀ ਲਿਖ ਲਓ 3 4 5 6। ਦੇਖੋ ਇਹ ਦੇਖਣ ਦੇ ਵਿੱਚ ਇੱਕ ਰੋ ਦੀ ਫਾਰਮ ਦੇ ਵਿੱਚ ਹੈ, ਸਿਰਫ ਇਹਦੇ ਵਿੱਚ ਇੱਕੋ ਹੀ ਰੋ ਆ, ਤੇ ਇਹਦਾ ਆਰਡਰ ਕਿੰਨਾ ਬਣੇਗਾ 1/4। ਪਹਿਲਾਂ ਰੋਜ਼ ਲਿਖਣੀਆਂ ਨੇ, ਫਿਰ ਕਾਲਮ ਲਿਖਣੀਆਂ ਨੇ। ਕਾਲਮ ਇਹਦੇ ਵਿੱਚ 4 ਬਣ ਗਈਆਂ, ਤੇ ਇਸ ਤਰ੍ਹਾਂ ਦੇ ਮੈਟ੍ਰਿਕਸ ਨੂੰ ਆਪਾਂ ਰੋ ਮੈਟ੍ਰਿਕਸ ਕਹਿ ਦਿੰਦੇ ਆ, ਜਿਸ ਦਾ ਆਰਡਰ ਹੋਏਗਾ 1/n ਦੀ ਫਾਰਮ ਦੇ।
ਇੱਕ ਰੋ ਮੈਟ੍ਰਿਕਸ ਦੇ ਵਿੱਚ ਨੰਬਰ ਆਫ ਰੋਜ਼ ਹਮੇਸ਼ਾ 1 ਹੁੰਦੀਆਂ ਨੇ। ਇਸੇ ਤਰ੍ਹਾਂ ਕੋਲਮ ਮੈਟ੍ਰਿਕ ਕਿਹੜਾ ਹੁੰਦਾ ਹੈ, ਜਿਹੜਾ ਦੇਖਣ ਦੇ ਵਿੱਚ ਕੋਲਮ ਦੀ ਤਰ੍ਹਾਂ ਨਜ਼ਰ ਆਏਗਾ। ਜਿਵੇਂ ਆਪਾਂ ਇਹ ਐਲੀਮੈਂਟਸ ਜਿਹੜੇ ਹੈਗੇ ਨੇ ਇਹਨੂੰ ਕੋਲਮ ਫਾਰਮ 'ਚ ਲਿਖਤਾ, ਸੋ ਦਿਸ ਬਿਕਮਸ ਏ ਕੋਲਮ ਮੈਟ੍ਰਿਕਸ। ਇਹਦੇ ਵਿੱਚ ਨੰਬਰ ਆਫ ਕਾਲਮ ਹਮੇਸ਼ਾ 1 ਹੁੰਦੀਆਂ ਨੇ। ਸੋ ਇਹਦੇ ਵਿੱਚ ਇੱਕ ਨੰਬਰ ਆਫ ਕਾਲਮ ਨੇ, ਇਹਦਾ ਆਰਡਰ ਕਿੰਨਾ ਬਣੇਗਾ, ਰੋਜ਼ ਕਿੰਨੀਆਂ ਨੇ 4, ਕਾਲਮ ਕਿੰਨੀਆਂ ਨੇ 1। ਸੋ ਇਸ ਦਾ ਆਰਡਰ ਹਮੇਸ਼ਾ ਜਿਵੇਂ m/n ਦੀ ਫਾਰਮ ਦੇ ਵਿੱਚ ਹੀ ਹੋਏਗਾ। ਜ਼ੀਰੋ ਮੈਟ੍ਰਿਕਸ, ਜ਼ੀਰੋ ਮੈਟ੍ਰਿਕਸ ਕਿਹੜਾ ਹੁੰਦਾ ਹੈ, ਜਿਹਦੇ ਸਾਰੇ ਐਲੀਮੈਂਟ 0 ਹੋ ਜਾਣ। ਆਰਡਰ ਦਾ ਕੋਈ ਕਨੈਕਸ਼ਨ ਨਹੀਂ ਇਹਦੇ ਨਾਲ, ਆਰਡਰ ਕੁਝ ਵੀ ਲਿਖ ਸਕਦੇ ਹੋ। ਜੇ ਮੈंने ਲਿਖਤਾ 0 0 0 ਜਾਂ ਇੱਥੇ ਤੁਸੀਂ ਹੋਰ ਲਿਖ ਲਓ। ਇਸ ਤਰ੍ਹਾਂ ਦੇ ਜਿਹੜੇ ਆਪਣੇ ਕੋਲ ਮੈਟ੍ਰਿਕਸ ਨੇ ਜਿਹਦੇ ਸਾਰੀ ਐਂਟਰੀ ਜਾਂ ਸਾਰੇ ਐਲੀਮੈਂਟਸ 0 ਦੇ ਇਕੁਅਲ ਹੋਣ, ਇਸ ਨੂੰ ਇੱਕ ਸਪੈਸੀਫਿਕ ਕੈਪੀਟਲ ਲੈਟਰ ਨਾਲ ਲਿਖਦੇ ਨੇ। ਮੈਟ੍ਰਿਕਸ ਨੂੰ ਕੈਪੀਟਲ ਲੈਟਰ ਨਾਲ ਆਪਾਂ ਲਿਖਦੇ ਹਾਂ ਤਾਂ ਜਿਵੇਂ ਕੈਪੀਟਲ ਲੈਟਰ O ਨਾਲ ਲਿਖ ਲਿਆ, O ਦੇ ਪੈਰ ਦੇ ਵਿੱਚ ਆਪਾਂ ਦਾ ਆਰਡਰ ਵੀ ਦੱਸ ਸਕਦੇ ਹਾਂ। ਜਿਵੇਂ ਇਹਦੇ ਵਿੱਚ 2 ਰੋ ਨੇ 3 ਕਾਲਮ ਨੇ ਤਾਂ O 2 3 ਵੀ ਲਿਖ ਸਕਦੇ ਹੋ। ਅਦਰਵਾਈਜ਼ ਕਈ ਵਾਰ ਕੁਐਸਚਨ ਤੋਂ ਹੀ ਕਲੀਅਰ ਹੋ ਜਾਂਦਾ ਵੀ ਕਿਸ ਤਰ੍ਹਾਂ ਦਾ ਜ਼ੀਰੋ ਮੈਟ੍ਰਿਕਸ, ਉਹਦਾ ਆਰਡਰ ਕਿਵੇਂ ਹੋਏਗਾ। ਸੋ ਇਟ ਇਜ਼ ਰਿਪਰੈਜ਼ੈਂਟਡ ਬਾਈ ਕੈਪੀਟਲ O। ਨੈਕਸਟ ਦੇਖੋ, ਇੱਕ ਇਹ ਜੀ ਐਗਜ਼ਾਮਪਲ ਲਿਖਣੀ ਆ ਵਿਚ ਇਜ਼ ਬੋਥ ਏ ਰੋ ਮੈਟ੍ਰਿਕਸ ਐਜ਼ ਵੈਲ ਐਜ਼ ਏ ਕਾਲਮ ਮੈਟ੍ਰਿਕਸ। ਕਿਸ ਤਰ੍ਹਾਂ ਦਾ ਕੋਈ ਮੈਟ੍ਰਿਕਸ ਹੁੰਦਾ ਜਿਹੜਾ ਰੋ ਵੀ ਬਣ ਜੇ ਕਾਲਮ ਵੀ ਬਣ ਜੇ। ਜਸ ਤੁਸੀਂ ਕੋਈ ਵੀ ਐਲੀਮੈਂਟ ਲਿਖ ਲਓ, ਇੱਥੇ 1/1 ਆਰਡਰ ਦਾ ਲਿਖ ਲਓ। ਆਪਾਂ ਲਿਖ ਲਿਆ ਸਪੋਜ਼ ਕਰ ਲਓ 3, ਠੀਕ ਹੈ। ਇਹਦਾ ਨੰਬਰ ਆਫ ਰੋਜ਼ ਵੀ 1 ਨੇ, ਨੰਬਰ ਆਫ ਕਾਲਮ ਵੀ 1 ਨੇ। ਤਾਂ ਇਸ ਤਰ੍ਹਾਂ ਦੇ ਮੈਟ੍ਰਿਕਸ ਜਿਹੜੇ ਹੁੰਦੇ ਨੇ ਇਹ ਸਾਰੇ ਆਪਣੇ ਕੋਲੇ ਕੋਈ ਵੀ ਐਗਜ਼ਾਮਪਲ ਲਿਖ ਸਕਦੇ ਹੋ। These are the examples of the matrix which is both row matrix as well as a column matrix. Next ਹੈਗਾ square matrix ਕਿਹੜਾ ਹੁੰਦਾ। ਦੇਖੋ square matrix ਨੇਮ ਤੋਂ ਕਲੀਅਰ ਹੈ, ਅਗਰ ਆਪਣੇ ਕੋਲ ਨੰਬਰ ਆਫ ਰੋਜ਼ ਤੇ ਨੰਬਰ ਆਫ ਕਾਲਮ ਬਰਾਬਰ ਹੋ ਜਾਣ, ਅਗਰ ਕਿਸੇ ਮੈਟ੍ਰਿਕਸ ਦੇ ਵਿੱਚ ਨੰਬਰ ਆਫ ਰੋਜ਼ ਤੇ ਨੰਬਰ ਆਫ ਕਾਲਮ ਇਕੁਅਲ ਹੋ ਜਾਣ, ਜਿਸ ਤਰ੍ਹਾਂ ਆਪਾਂ ਲਿਖ ਲੈਂਦੇ ਆ 2/2 ਆਰਡਰ ਦਾ ਲਿਖ ਲਿਆ, ਇਸ ਤਰ੍ਹਾਂ ਦਾ ਕੋਈ ਮੈਟ੍ਰਿਕਸ ਲਿਖ ਲਿਆ, ਇਹਦੇ ਵਿੱਚ ਨੰਬਰ ਆਫ ਰੋਜ਼ ਵੀ 2 ਨੇ, ਨੰਬਰ ਆਫ ਕਾਲਮ ਵੀ 2 ਨੇ, ਤਾਂ ਇਸ ਤਰ੍ਹਾਂ ਦੇ ਮੈਟ੍ਰਿਕਸ ਨੂੰ ਆਪਾਂ ਸਕੁਅਰ ਮੈਟ੍ਰਿਕਸ ਕਹਿੰਦੇ ਆ। ਜਿਵੇਂ ਆਪਾਂ ਕੋਈ ਇਸ ਤਰ੍ਹਾਂ ਲਿਖ ਲਿਆ 1 2 3 4, ਇਹ ਮੈਟ੍ਰਿਕਸ ਜਿਹੜਾ ਹੈਗਾ ਦਿਸ ਇਜ਼ ਨੋਟ ਏ ਸਕੁਅਰ ਮੈਟ੍ਰਿਕਸ। ਸੋ ਇਹ ਸਕੁਅਰ ਮੈਟ੍ਰਿਕਸ ਆਪਣੇ ਕੋਲ ਨਹੀਂ ਹੈਗਾ, ਠੀਕ ਹੈ। ਜਿਸ ਤਰ੍ਹਾਂ ਆਪਣੇ ਕੋਲ ਇੱਕ ਮੈਟ੍ਰਿਕਸ ਮੈंने ਜਨਰਲ ਮੈਟ੍ਰਿਕਸ ਲਿਖਿਆ ਇੱਥੇ A11 A12, ਜਿਹਦਾ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਹੁਣ ਇਹ ਜਿਹੜਾ ਸਕੁਅਰ ਮੈਟ੍ਰਿਕਸ ਹੁੰਦਾ ਇਹਦੇ ਵਿੱਚ 3 ਰੋਜ਼ ਨੇ 3 ਕਾਲਮ ਨੇ, ਸੋ ਦਿਸ ਇਜ਼ ਏ ਸਕੁਅਰ ਮੈਟ੍ਰਿਕਸ। ਤਾਂ ਜਿਹੜੇ ਐਲੀਮੈਂਟਸ ਇੱਥੇ ਆਪਾਂ ਗੱਲ ਕਰਦੇ ਵੀ ਡਾਇਗਨਲ ਐਲੀਮੈਂਟਸ ਹੁੰਦੇ ਨੇ, ਡਾਇਗਨਲ ਐਲੀਮੈਂਟਸ ਕਿਹੜੇ ਹੁੰਦੇ ਨੇ, ਇਹਦੇ ਵਿੱਚ ਜਿਹੜੇ ਆਹ ਵਾਲੇ ਐਲੀਮੈਂਟ ਆ ਗਏ A11 A22 A33, ਇਹਨਾਂ ਦੇ ਵਿੱਚ ਜਿਹੜਾ I ਤੇ J ਹੈ ਨਾ ਉਹ ਇਕੁਅਲ ਹੈ, I ਇਕੁਅਲ ਟੂ J। ਆਪਾਂ ਪੜਿਆ ਸੀ ਨਾ ਵੀ ਜਿਹੜੇ ਐਲੀਮੈਂਟਸ ਨੇ ਉਹਨੂੰ AIJ ਫਾਰਮ 'ਤੇ ਲਿਖ ਲੈਂਦੇ ਆ, I ਰੋ ਦੱਸਦਾ J ਕਾਲਮ ਦੱਸਦਾ। ਇਹਦੇ ਵਿੱਚ ਜਿਹੜੇ ਆਹ ਵਾਲੇ ਐਲੀਮੈਂਟ ਹੈ ਜਿਨ੍ਹਾਂ ਵਾਸਤੇ I ਤੇ J ਬਰਾਬਰ ਹੋ ਜਾਂਦੇ ਨੇ ਉਹ ਆਪਣੇ ਕੋਲ ਡਾਇਗਨਲ ਐਲੀਮੈਂਟਸ ਕਹਿੰਦੇ ਨੇ, ਤੇ ਇਹਨੂੰ ਆਪਾਂ ਕਹਿ ਦਿੰਦੇ ਆ ਇਟ ਇਜ਼ ਦਾ ਪ੍ਰਿੰਸੀਪਲ ਡਾਇਗਨਲ ਜਾਂ ਮੇਨ ਡਾਇਗਨਲ ਕਹਿ ਦਿੰਦੇ ਆ ਇਸ ਨੂੰ। ਇਹਦੇ ਵਿੱਚ ਸਿਰਫ ਇੱਕੋ ਹੀ ਪ੍ਰਿੰਸੀਪਲ ਡਾਇਗਨਲ ਹੁੰਦਾ, ਜਿਵੇਂ ਆਪਣੇ ਕੋਲ ਇਸ ਦੇ ਵਿੱਚ A11 A22 A33, ਅਗਰ ਜ਼ਿਆਦਾ ਆਰਡਰ ਲਿਖੋਗੇ A44 A55 ਤਾਂ ਇਹ ਸਾਰੇ ਆਪਣੇ ਕੋਲ ਡਾਇਗਨਲ ਐਲੀਮੈਂਟਸ ਨੇ। ਤੇ ਜਿਹੜੇ A ਵਾਲੇ ਐਲੀਮੈਂਟਸ ਬਚ ਜਾਂਦੇ ਨੇ ਇਹਨਾਂ ਦੇ ਵਿੱਚ ਵੀ I ਤੇ J ਦੇ ਵਿੱਚ ਕਨੈਕਸ਼ਨ ਹੈਗਾ। ਦੇਖੋ 1 ਇਜ਼ ਲੈਸ ਦੈਨ 2, 1 ਇਜ਼ ਲੈਸ ਦੈਨ 3, ਸੋ I ਇਜ਼ ਲੈਸ ਦੈਨ J। ਇਹਨਾਂ ਤਿੰਨ ਐਲੀਮੈਂਟਸ ਵਾਸਤੇ ਬਣ ਗਿਆ ਇਸ ਮੈਟ੍ਰਿਕਸ ਦੇ ਵਿੱਚ। ਜਿਹੜੇ A ਵਾਲੇ ਆਪਣੇ ਕੋਲ ਐਲੀਮੈਂਟਸ ਬਣ ਗਏ ਇਹਨਾਂ ਦੇ ਵਿੱਚ I ਇਜ਼ ਗ੍ਰੇਟਰ ਦੈਨ J ਦਿਸ। ਸੋ ਇੱਕ ਸਕੁਅਰ ਮੈਟ੍ਰਿਕਸ ਨੂੰ ਆਪਣੇ ਕੋਲ ਹੁਣ ਇਹਦੇ ਵਿੱਚ ਨੰਬਰ ਆਫ ਰੋਜ਼ ਤੇ ਕਾਲਮ ਜਿਹੜੀ ਹੈਗੀ ਇਕੁਅਲ ਹੋ ਜਾਂਦੀਆਂ ਨੇ, ਤਾਂ ਆਪਾਂ ਨੂੰ ਸਪੈਸੀਫਾਈ ਕਰਨ ਦੀ ਲੋੜ ਨਹੀਂ ਵੀ ਇਹ ਮੈਟ੍ਰਿਕਸ ਜਿਹੜਾ ਹੈਗਾ n/n ਆਰਡਰ ਦਾ। ਆਪਾਂ ਕਲੀਅਰ ਕੱਟ ਆਪਾਂ ਲਿਖ ਸਕਦੇ ਹਾਂ ਦਿਸ ਇਜ਼ ਏ ਸਕੁਅਰ ਮੈਟ੍ਰਿਕਸ। ਅਗਰ ਸਕੁਅਰ ਵਰਡ ਲਿਖਤਾ ਨਾ ਤਾਂ ਕਲੀਅਰ ਹੈ ਇਹਦੇ ਵਿੱਚ ਨੰਬਰ ਆਫ ਰੋ ਤੇ ਨੰਬਰ ਆਫ ਕਾਲਮ ਬਰਾਬਰ ਹੋ ਜਾਣਗੀਆਂ। ਸੋ ਵੀ ਕੈਨ ਸੇ ਇਟ ਇਜ਼ ਅ ਸਕੁਅਰ ਮੈਟ੍ਰਿਕਸ ਆਫ ਆਰਡਰ n, ਜਾਂ ਆਪਾਂ ਲਿਖ ਸਕਦੇ ਹਾਂ n ਸਕੁਅਰ ਮੈਟ੍ਰਿਕਸ। ਨੈਕਸਟ ਦੇਖੋ, ਕਹਿੰਦਾ ਇੱਕ ਜ਼ੀਰੋ ਮੈਟ੍ਰਿਕਸ ਆ, ਇਹ ਜ਼ੀਰੋ ਮੈਟ੍ਰਿਕਸ ਇਜ਼ ਆਲਵੇਜ਼ ਏ ਸਕੁਅਰ ਮੈਟ੍ਰਿਕਸ। ਇੱਕ ਜਿਹੜਾ ਜ਼ੀਰੋ ਮੈਟ੍ਰਿਕਸ ਹੈਗਾ ਇਟ ਇਜ਼ ਆਲਵੇਜ਼ ਏ ਸਕੁਅਰ ਮੈਟ੍ਰਿਕਸ। ਇਹ ਜ਼ਰੂਰੀ ਥੋੜਾ ਹੈ। ਦੇਖੋ ਜ਼ੀਰੋ ਮੈਟ੍ਰਿਕਸ ਮੈंने ਲਿਖ ਲਿਆ 0 0 0, ਇੱਕ ਜ਼ੀਰੋ ਮੈਟ੍ਰਿਕਸ ਹੈ ਬਟ ਇਟ ਇਜ਼ ਨੋਟ ਏ ਸਕੁਅਰ ਮੈਟ੍ਰਿਕਸ। ਸੋ ਇਹਦੀ ਆਪਸ਼ਨ ਕਿਹੜੀ ਬਣ ਗਈ, ਫਾਲਸ। ਉਸ ਤੋਂ ਬਾਅਦ ਹੈ ਇੱਕ ਰੋ ਮੈਟ੍ਰਿਕਸ ਕਦੇ ਵੀ ਸਕੁਅਰ ਮੈਟ੍ਰਿਕਸ ਨਹੀਂ ਹੋ ਸਕਦਾ। नो इट इज अगेन फॉल्स बाय
मान लो मैंने लिख लिया ए वाला एक मैट्रिक्स लिख लिया, ਜਿਹੜਾ ਆਪਣੇ ਕੋਲ ਇੱਕ रो मैट्रिक्स भी हैगा, एक कॉलम मैट्रिक्स भी हैगा, एक स्केयर मैट्रिक्स भी हैगा। सो ये भी अपने कोल फॉल्स ऑप्शन बन गई। नैक्सट है डायगोनल मैट्रिक्स ਕਿਹੜਾ ਹੁੰਦਾ। देखो ये सारे स्केयर मैट्रिक्स ਦੀ ਆਪਾਂ 3-4 टाइप्स ਪੜਾਂਗੇ ਹੁਣ। ਆਪਣੇ ਕੋਲ ਇੱਕ ਸਕੇਅਰ ਮੈਟ੍ਰਿਕਸ ਡਾਇਗੋਨਲ ਮੈਟ੍ਰਿਕਸ ਕਦੋਂ ਬਣ ਜਾਂਦਾ, ਅਗਰ ਜਿਹੜੇ ਉਹਦੇ ਆਪਣੇ ਕੋਲ ਨੋਨ ਡਾਇਗੋਨਲ ਐਲੀਮੈਂਟਸ, ਜੇ ਮੈਂ ਇੱਥੇ ਇੱਕ ਐਗਜ਼ਾਮਪਲ ਲਿਖਦਾ 3 2 4, ਇਹ ਆਪਣੇ ਕੋਲ ਡਾਇਗੋਨਲ ਐਲੀਮੈਂਟਸ ਨੇ, ਤੇ ਆ ਦੂਸਰੇ ਜਿਹੜੇ ਐਲੀਮੈਂਟਸ ਨੇ ਇਹ ਵਾਲੇ ਜਿਹੜੇ ਹੁਣ ਜ਼ੀਰੋਜ਼ ਲਿਖੀਆਂ ਨੇ ਜਿੱਥੇ ਇੱਥੇ, ਇਹ ਸਾਰੇ ਨੋਨ ਡਾਇਗੋਨਲ ਐਲੀਮੈਂਟਸ ਨੇ। ਅਗਰ ਇਹਦੇ ਨੋਨ ਡਾਇਗੋਨਲ ਐਲੀਮੈਂਟਸ ਜਿੱਥੇ i ਤੇ j ਬਰਾਬਰ ਨਾ ਹੋਵੇ, ਉਹਨੂੰ ਆਪਾਂ ਜੇ ਜ਼ੀਰੋ ਹੋ ਜਾਂਦੇ ਨੇ ਤਾਂ ਆਪਾਂ ਮੈਟ੍ਰਿਕਸ ਨੂੰ ਕਹਿ ਸਕਦੇ ਹਾਂ ਡਾਇਗੋਨਲ ਮੈਟ੍ਰਿਕਸ। ਪਰ ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੇ ਆਪਣੇ ਕੋਲ ਐਲੀਮੈਂਟਸ ਨੇ, ਜਿਵੇਂ ਮੈਂ ਇੱਥੇ ਲਿਖ ਲਿਆ 0 0 0 0, ਦਿਸ ਇਜ਼ ਆਲਸੋ ਏ ਡਾਇਗੋਨਲ ਮੈਟ੍ਰਿਕਸ, ਇਹ ਵੀ ਇੱਕ ਆਪਣੇ ਕੋਲ ਡਾਇਗੋਨਲ ਮੈਟ੍ਰਿਕਸ ਹੀ ਬਣ ਗਿਆ। ਠੀਕ ਹੈ, ਲੇਕਿਨ ਆਪਣੇ ਕੋਲ ਕੰਡੀਸ਼ਨ ਕੀ ਹੈ, ਸਿਰਫ ਆਪਣੇ ਕੋਲ ਨੋਨ ਡਾਇਗੋਨਲ ਐਲੀਮੈਂਟਸ ਤੇ ਕੰਡੀਸ਼ਨ ਹੈਗੀ ਆ, ਜਿਹੜੇ ਇਹ ਵਾਲੇ ਐਲੀਮੈਂਟਸ ਨੇ ਇਹ ਆਪਣੇ ਕੋਲੇ अगर ये जीरो हो जाते हैं then we can say the given matrix is a diagonal matrix। हुण उस तो बाद आ जाता स्केलर मैट्रिक्स। देखो पहला स्केयर मैट्रिक्स पढ़िया, स्केयर तो बाद डायगोनल पढ़ लिया। डायगोनल मैट्रिक्स से एक अगर आप होर कंडीशन लगा दीए, नॉन डायगोनल तो सारे जीरो हैगे ने, पर जिहड़े डायगोनल एलीमेंट्स ने वो सारे सेम हो जान, जिवें मैंने इत्थे लिखिਆ 2 2 2, तो सारे डायगोनल एलीमेंट्स अपने को सेम हो गए। तो इस तरह के मैट्रिक्स ਨੂੰ ਆਪਾਂ ਕਹਿੰਦੇ ਆ ਸਕੇਲਰ ਮੈਟ੍ਰਿਕਸ। ਜਿਵੇਂ ਇਹਦੇ ਵਿੱਚ ਅਲਫਾ ਦੀ ਵੈਲਿਊ ਆਪਾਂ ਇੱਥੇ 2 ਲਿਖ ਲਈ, ਸੋ when i is equal to j ਤਾਂ ਆਪਾਂ ਡਾਇਗੋਨਲ ਐਲੀਮੈਂਟਸ ਦੀ ਗੱਲ ਕਰ ਰਹੇ ਹਾਂ, ਪ੍ਰਿੰਸੀਪਲ ਡਾਇਗੋਨਲ ਐਲੀਮੈਂਟਸ ਦੀ ਗੱਲ ਕਰ ਰਹੇ ਹਾਂ, ਮੇਨ ਡਾਇਗੋਨਲ ਦੀ। ਸੋ ਇੱਕ ਸਕੇਅਰ ਮੈਟ੍ਰਿਕਸ ਆਪਣੇ ਕੋਲ ਸਕੇਲਰ ਮੈਟ੍ਰਿਕਸ ਬਣ ਜਾਂਦਾ ਅਗਰ ਨੋਨ ਡਾਇਗੋਨਲ ਐਲੀਮੈਂਟਸ 0 ਹੋ ਜਾਣ ਤੇ ਡਾਇਗੋਨਲ ਐਲੀਮੈਂਟਸ ਸੇਮ ਹੋ ਜਾਣ। ਉਸ ਤੋਂ ਬਾਅਦ ਆ ਗਿਆ ਆਇਡੈਂਟੀਟੀ ਮੈਟ੍ਰਿਕਸ। ਆਇਡੈਂਟੀਟੀ ਮੈਟ੍ਰਿਕਸ ਕਿਹੜਾ ਹੁੰਦਾ, ਜਿਹਦੇ ਵਿੱਚ ਅੱਗੇ ਫੇਰ ਕੰਡੀਸ਼ਨ ਲੱਗਦੀ। ਦੇਖੋ ਸਕੇਅਰ ਮੈਟ੍ਰਿਕਸ ਤੋਂ ਆਪਾਂ ਡਾਇਗੋਨਲ ਮੈਟ੍ਰਿਕਸ ਬਣਾ ਲਿਆ, ਡਾਇਗੋਨਲ ਤੋਂ ਆਪਾਂ ਸਕੇਲਰ ਡਿਫਾਈਨ ਕੀਤਾ, ਅੱਗੇ ਉਹਦੀ ਸਬ ਟਾਈਪ ਹੈਗੀ। ਉਸ ਤੋਂ ਬਾਅਦ ਆ ਗਿਆ ਅੱਗੇ ਅਗਰ ਆਪਣੇ ਕੋਲ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਡਾਇਗੋਨਲ ਐਲੀਮੈਂਟਸ 1 ਦੇ ਇੱਕੋ ਰੱਖ ਲਈਏ, ਜਿਵੇਂ ਆਪਣੇ ਕੋਲ 3/3 ਆਰਡਰ ਦਾ ਮੈਂ ਮੈਟ੍ਰਿਕਸ ਲੈ ਰਿਹਾ, ਇਹਦੇ ਵਿੱਚ ਨੋਨ ਡਾਇਗੋਨਲ ਐਲੀਮੈਂਟਸ ਨੇ 0 ਨੇ ਤੇ ਡਾਇਗੋਨਲ ਐਲੀਮੈਂਟਸ ਆਪਣੇ ਕੋਲ ਸਾਰੇ ਸੇਮ ਨੇ, ਤਾਂ ਇਸ ਤਰ੍ਹਾਂ ਦੇ ਮੈਟ੍ਰਿਕਸ ਨੂੰ ਆਪਾਂ ਯੂਨਿਟ ਮੈਟ੍ਰਿਕਸ ਜਾਂ ਆਇਡੈਂਟੀਟੀ ਮੈਟ੍ਰਿਕਸ ਕਹਿ ਦਿੰਦੇ ਆ। ਇਹਦਾ ਸਪੈਸ਼ਲ ਸਿੰਬਲ ਵੀ ਹੈਗਾ i ਦੇ ਪੈਰ 'ਚ ਅਗਰ 3 ਲਿਖਤਾ ਇਹਦਾ ਮਤਲਬ ਇਹ 3/3 ਆਰਡਰ ਦਾ। ਅਗਰ ਆਪਾਂ i ਦੇ ਪੈਰ 'ਚ 1 ਲਿਖਤਾ ਇਟ ਮੀਨਸ ਇਹ ਵਾਲਾ ਬਣੇਗਾ। ਅਗਰ ਆਪਾਂ i ਦੇ ਪੈਰ 'ਚ 2 ਲਿਖਤਾ ਇਟ ਮੀਨਸ ਇਹ ਬਣੇਗਾ 1 0 0 1। ਤੇ ਸਾਰੇ ਆਪਣੇ ਕੋਲ ਆਇਡੈਂਟੀਟੀ ਮੈਟ੍ਰਿਕਸਿਸ ਨੇ ਜਿਨ੍ਹਾਂ ਦੇ ਵਿੱਚ ਨੋਨ ਡਾਇਗੋਨਲ ਐਲੀਮੈਂਟਸ 0 ਹੁੰਦੇ ਨੇ ਤੇ ਡਾਇਗੋਨਲ ਐਲੀਮੈਂਟਸ ਇਕੁਅਲ ਟੂ 1 ਹੁੰਦੇ ਨੇ। ਨੈਕਸਟ ਕੁਐਸਚਨ ਦੇਖਦੇ ਹਾਂ ਥੋੜੇ ਜਿਹੇ ਇਹਦੇ ਬੇਸਡ। ਕਹਿੰਦਾ ਹਰੇਕ ਸਕੇਅਰ ਮੈਟ੍ਰਿਕਸ ਡਾਇਗੋਨਲ ਮੈਟ੍ਰਿਕਸ ਹੁੰਦਾ ਹੈ। ਨਹੀਂ, ਇਹ ਕੋਈ ਜ਼ਰੂਰੀ ਥੋੜਾ। ਜਿਵੇਂ ਆਪਾਂ ਲਿਖ ਲਿਆ ਇੱਕ 2/2 ਆਰਡਰ ਦਾ ਲਿਖ ਲੈਂਦੇ ਆ 1 2 3 4, ਕੋਈ ਵੀ ਸਕੇਅਰ ਮੈਟ੍ਰਿਕਸ ਲਿਖ ਲਓ, ਦਿਸ ਇਜ਼ ਨੋਟ ਅ ਡਾਇਗੋਨਲ ਮੈਟ੍ਰਿਕਸ। ਸੋ ਇਹਦੀ ਆਪਸ਼ਨ ਕਿਹੜੀ ਆ ਗਈ, ਫਾਲਸ ਆ ਗਈ। ਕਹਿੰਦਾ ਹਰੇਕ ਡਾਇਗੋਨਲ ਮੈਟ੍ਰਿਕਸ ਸਕੇਅਰ ਮੈਟ੍ਰਿਕਸ ਹੁੰਦਾ, ਹਾਂ ਇਹ ਟਰੂ ਹੈ। ਦੇਖੋ ਕੋਈ ਵੀ ਆਪਣੇ ਕੋਲ ਜੇ ਸਕੇਅਰ ਮੈਟ੍ਰਿਕਸ ਤੋਂ ਬਾਅਦ ਹੀ ਆਪਾਂ ਇਹਦੇ ਸਬ ਟਾਈਪ ਨੇਗੀਆਂ ਇੱਕ ਤਰ੍ਹਾਂ ਦੀਆਂ, ਜੇ ਮੈंने ਲਿਖ ਲਿਆ 1 2 0 0, कोई भी मैट्रिक्स तुसी डायगोनल मैट्रिक्स लिखोगे तो एक स्केयर मैट्रिक्स ही हुंदा हमेशा। इसी तरह स्केलर मैट्रिक्स भी अपने को स्केयर मैट्रिक्स है, आइडेंटिटी मैट्रिक्स भी अपने को स्केयर मैट्रिक्स है। ते उस तो बाद आ जाता है अपने कोल भी कोई मैट्रिक्स गिवन है इस तरह का, इट इज ए n/n ऑर्डर। तो डायगोनल मैट्रिक्स कदों बनता है, देखो डायगोनल मैट्रिक्स दे विच कंडीशन की सीगी भी नॉन डायगोनल एलीमेंट्स जिहड़े हैगे ने ਉਹ ਆਪਣੇ ਕੋਲ 0 ਹੋਣੇ ਚਾਹੀਦੇ ਨੇ ਤੇ ਨੋਨ ਡਾਇਗੋਨਲ ਐਲੀਮੈਂਟ ਵਾਸਤੇ ਆਪਣੇ ਕੋਲ ਹੁੰਦਾ i is not equal to j। ਸੋ ਇਹਦੀ ਕਰੈਕਟ ਆਪਸ਼ਨ ਬਣ ਗਈ ਡੀ। ਇਹ ਵਾਲੀ ਜਿਹੜੀ ਆਪਣੇ ਕੋਲ ਆਪਸ਼ਨ ਬਣਦੀ ਹੈ ਡਾਇਗੋਨਲ ਐਲੀਮੈਂਟਸ ਵਾਸਤੇ ਹੁੰਦੀ ਹੈ। ਡਾਇਗੋਨਲ ਐਲੀਮੈਂਟ ਵਾਸਤੇ i ਤੇ j ਦੇ ਵਿੱਚ ਕੀ ਰਿਲੇਸ਼ਨ ਹੁੰਦਾ ਹੈ, i equal to j ਹੁੰਦਾ। ਨੋਨ ਡਾਇਗੋਨਲ ਦੇ ਵਿੱਚ i is not equal to j ਹੁੰਦਾ। ਨੈਕਸਟ ਹੈ ਕਹਿੰਦਾ ਕੋਈ ਮੈਟ੍ਰਿਕਸ i3 ਆ, ਤੁਸੀਂ ਇਹਦਾ ਸਮੇਸ਼ਨ ਕਰਕੇ ਦਿਖਾਣਾ ਹੈ when i equal to i। ਕੋਈ ਵੀ ਮੈਟ੍ਰਿਕਸ i3 ਦੇ ਵਿੱਚ ਆਪਣੇ ਕੋਲ ਸਪੋਜ਼ ਕਰ ਲਓ ਇੱਥੇ i3 ਹੈਗਾ ਆਪਣੇ ਕੋਲ, ਇਹ ਵਾਲਾ ਆਪਾਂ ਲਿਖ ਲੈਂਦੇ ਹਾਂ aij, ਠੀਕ ਹੈ। ਤੇ ਇਹਦਾ ਆਰਡਰ ਨੈਚੁਰਲੀ 3/3 ਹੋ ਗਿਆ। ਤਾਂ ਡਾਇਗੋਨਲ ਐਲੀਮੈਂਟਸ ਦੀ ਆਪਣੇ ਕੋਲ ਦੇਖਣਾ i equal to j means a11 a12
A13 सॉरी इतने 2 आएगा A33 ये फाइंड करके दिखाना। तो I3 का इक्वल सीगा ਆਪਾਂ ਪੜਿਆ ਸੀ ਉਹਨੇ 1 0 0 0 1 0 0 0 1। तो डायगोनल एलिमेंट्स का सम करके दिखाना, समेशन वाला सम करके दिखाना। सो 1 + 1 कितना आ गया 3। तो करेक्ट ऑप्शन केड़ी आएगी डी। नेक्स्ट है अगर कोई भी ਤੁਹਾਡੇ ਕੋਲ डायगोनल मैट्रिक्स ऑफ ऑर्डर 3 देन A11 A12 A22 फाइंड करना है। देखो डायगोनल मैट्रिक्स ਦੇ ਵਿੱਚ डायगोनल एलिमेंट्स ਤੇ कोई कंडीशन नहीं हैगी, किस तरह ਦੀ भी हो सकते हैं। सो A11 A22 बारे कोई इन्फॉर्मेशन नहीं है अपने पास, लेकिन ਜਿਹੜੇ डायगोनल नॉन डायगोनल एलिमेंट ने ਜਿਹਦੇ ਵਿੱਚ I ਤੇ J इक्वल नहीं हैगा ਉਹ ਦੋਨੋਂ ਕੀ ਹੋਣਗੇ ਹਮੇਸ਼ਾ ਆਪਣੇ ਕੋਲ 0 ਹੋਣਗੇ। ਸੋ A22 ਆਪਣੇ ਕੋਲ 0 ਹੋ ਗਿਆ। अगर ਇਹਨਾਂ ਦੇ ਵਿੱਚ ਇੱਕ एलिमेंट भी 0 हो गया तब प्रोडक्ट कितनी बनेगी 0। तो आंसर आएगा 0। नेक्स्ट हैगा लास्ट दो टाइप्स आ गई लोअर ट्रायंगुलर मैट्रिक्स केड़ा हुंदा ते अपर ट्रायंगुलर मैट्रिक्स केड़ा हुंदा है। देखो लोअर ट्रायंगुलर मैट्रिक्स हुंदा है जिहदे विच AIJ इक्वल टू 0 हो जाए व्हेन I लैस दैन J। जिस तरह मैं दी एग्जांपल लिख लेना 1 2 3 4 5 6। ਇਹਦੇ ਵਿੱਚ ਆਪਣੇ ਕੋਲ ਜਿਹੜੇ A ਵਾਲੇ ਐਲੀਮੈਂਟ ਸੀ ਨਾ ਇਹ ਕਿਹੜੀ ਪੋਜੀਸ਼ਨ ਤੇ ਹੈ A12, ਇਹ ਕਿਹੜੀ ਪੋਜੀਸ਼ਨ ਤੇ A13, ਇਹ ਕਿਹੜੀ ਪੋਜੀਸ਼ਨ ਤੇ A23। ਇਹਦੇ ਵਿੱਚ I ਲੈਸ ਦੈਨ J ਆ, ਜਿਹੜਾ ਪਹਿਲਾ ਨੰਬਰ I ਹੁੰਦਾ ਦੂਸਰਾ J ਆ। ਸੋ I ਲੈਸ ਦੈਨ J। ਇਸ ਤਰ੍ਹਾਂ ਦੇ ਐਲੀਮੈਂਟਸ ਆਪਣੇ ਕੋਲ ਜਿਹੜੇ ਹੁੰਦੇ ਨੇ ਸਾਰੇ 0 ਹੋ ਜਾਂਦੇ ਨੇ। ਦੇਖੋ ਮੈਟ੍ਰਿਕਸ ਵੀ ਟ੍ਰਾਇੰਗੂਲਰ ਫਾਰਮ ਦੇ ਵਿੱਚ ਹੈ, ਇਸ ਕਰਕੇ ਇਹਨੂੰ ਟ੍ਰਾਇੰਗੂਲਰ ਮੈਟ੍ਰਿਕਸ ਕਹਿ ਦਿੰਦੇ ਨੇ। ਲੋਅਰ ਸਾਈਡ ਤੇ ਲਾਈ ਕਰ ਰਿਹਾ ਹੈ, ਸੋ ਦਿਸ ਇਜ਼ ਅ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ। अपर ट्रायंगुलर मैट्रिक्स की गल करिए तो अपने को कोई भी लिख लिया 2 3 4 5 6 7 इस तरह का कोई लिख लिया। कोई एलीमेंट्स दे विच 0 भी हो सकता है, ਉਹਦੀ कोई कंडीशन नहीं हैगी अपने को। तो ਜਿਹੜੇ बाकी एलीमेंट्स ने ਜਿਹੜੇ अपने को इस साइड ਤੇ लाई करते ਜਿਹਦੇ ਵਿੱਚ I ਲੈਸ ग्रेटर दैन J होएगा मीनस 2 1 पोजीशन ਤੇ है, ਇਹ अपने को 3 1 पोजीशन ਤੇ है, दिस इज 3 2। ਇਹਦੇ ਵਿੱਚ I इज ग्रेटर दैन J है। सो इस तरह के मैट्रिक्स ਜਿਹੜੇ ਹੁੰਦੇ ਨੇ ਇਹਨਾਂ ਨੂੰ ਆਪਾਂ ਅਪਰ ਟ੍ਰਾਇੰਗੂਲਰ ਮੈਟ੍ਰਿਕਸ ਕਹਿ ਦਿੰਦੇ ਆ, ਅਪਰ ਸਾਈਡ ਤੇ ਹੀ ਲਾਈ ਕਰ ਰਿਹਾ ਇਹ ਐਲੀਮੈਂਟਸ ਨੇ। ਨੈਕਸਟ ਹੈ अगर कोई लोअर ट्रायंगुलर मैट्रिक्स है तो कंडीशन की है AIJ इक्वल टू 0 ਹੁੰਦਾ ਕਿਹਦੇ ਵਾਸਤੇ। ਦੇਖੋ ਆਪਾਂ ਹੁਣੇ ਹੀ ਪੜ੍ਹ ਕੇ ਹਟੇ ਆ व्हेन I is less than J। ਸੋ ਇਹਦੀ ਕਰੈਕਟ ਆਪਸ਼ਨ ਕਿਹੜੀ ਆਏਗੀ व्हेन I is less than J। ਤਾਂ ਆਪਣੇ ਕੋਲ ਇਸ ਤਰ੍ਹਾਂ ਦੇ ਮੈਟ੍ਰਿਕਸ ਨੂੰ ਆਪਾਂ ਲੋਅਰ ਟ੍ਰਾਇੰਗੂਲਰ ਮੈਟ੍ਰਿਕਸ ਕਹਿ ਦਿੰਦੇ ਆ। कहता हरेक डायगोनल मैट्रिक्स जिहड़ा हुंदा है स्केलर मैट्रिक्स हुंदा है, ट्रू कि फॉल्स है। देखो कोई भी डायगोनल मैट्रिक्स लिख लो तुसीं, मतलब मैं लिख लिया 2 3 4 ये अपने को एक देखो डायगोनल मैट्रिक्स तो हैगा पर ये स्केलर मैट्रिक्स तो बनया नहीं। स्केल कहता एवरी डायगोनल मैट्रिक्स इज ए स्केलर मैट्रिक्स। स्केलर मैट्रिक्स होना जरूरी थोड़ा है। स्केलर मैट्रिक्स ता मानदा अगर सारे डायगोनल एलिमेंट सेम हुंदे। सो दिस इज ए फॉल्स स्टेटमेंट। नैक्सट है एवरी यूनिट मैट्रिक्स इज ए स्केलर मैट्रिक्स। कहना कोई भी यूनिट मैट्रिक्स ले लो इट इज ए, मतलब मैंने लिख लिया 1 1 1 लिख लिया, कोई भी लिख लो किसी भी ऑर्डर का, तो हमेशा स्केलर मैट्रिक्स तो हैगा ही है। बट एवरी स्केलर मैट्रिक्स इज नॉट ए यूनिट मैट्रिक्स। जे मैंने एक ये लिख लेना है 2 0 0 2 एक स्केलर मैट्रिक्स तो हैगा बट इट इज नॉट ए यूनिट मैट्रिक्स। सो एवरी स्केलर मैट्रिक्स इज नॉट ए यूनिट मैट्रिक्स बट एवरी यूनिट मैट्रिक्स इज ए स्केलर मैट्रिक्स। सो ये करेक्ट ऑप्शन आएगा ट्रू आएगा। नैक्सट है कहना एक डायगोनल एलिमेंट्स दे विच जिहड़े मेन डायगोनल एलिमेंट्स हुंदे ने कैन नैवर बी इक्वल टू 0। जे मेन डायगोनल एलिमेंट्स दा किते भी 0 नहीं हो सकते है। ਇਹਦੇ ਵਿੱਚ मैं तुहानूं पहले समझाया ठीक है। ये अपने को मैट्रिक्स लिख लिया, ਇਹਦੇ सारे एलिमेंट्स 0 ने। सो ये अपने को डायगोनल एलिमेंट्स भी है क्योंकि कंडीशन सिर्फ नॉन डायगोनल एलिमेंट्स ते आ, डायगोनल एलिमेंट्स ते कोई कंडीशन नहीं हैगी। सो दिस इज ए ट्रू ऑप्शन, सॉरी फॉल्स ऑप्शन, क्योंकि इन्हें लिखा भी सारे जो डायगोनल एलिमेंट्स ने कैन नैवर बी इक्वल टू 0 हो सकते हैं 0। इस तो बाद आ गया मैट्रिक्स 1 2 0 1। कहता है यूनिट मैट्रिक्स है नो, आप पढ़िया यूनिट मैट्रिक्स के विच नॉन डायगोनल एलिमेंट 0 होने चाहिए ने, इत्थे 2 हैगा। डायगोनल मैट्रिक्स तो है ही नहीं क्योंकि नॉन डायगोनल एलिमेंट अगेन नॉट इक्वल टू 0। उसका स्केलर मैट्रिक्स भी नहीं हैगा। सो द करेक्ट ऑप्शन केड़ी आएगी नन ऑफ दीज। सो दी ऑप्शन आएगी डी। दिस इज नॉट ए यूनिट मैट्रिक्स, नॉट ए डायगोनल मैट्रिक्स, नॉट ए स्केलर मैट्रिक्स, इट इज ए स्क्वायर मैट्रिक्स एक्चुअली।
इस तो बाद है डायगोनल मैट्रिक्स जिहड़ा अपने कोल हैगा, एक इसनूं लिखण दा ढंग है, ठीक है। जिहड़ा ये वाला मैट्रिक्स है ये सिर्फ अपने कोल डायगोनल एलीमेंट्स लिखते आपां इत्थे 3 -2 1 ते बाकी जिहड़े एलीमेंट्स ने ये सारे 0 हो जाते हैं, क्योंकि इत्थे डायगोनल वर्ड का मतलब है दिस इज ए डायगोनल मैट्रिक्स। तो ये वाला मैट्रिक्स है दिस वन। तो ये पूछ रहा है भी व्हेन आई इज नॉट इक्वल टू जे, अगर आई नॉट इक्वल टू जे हो जाएगा तो यदा सम जिहड़ा हैगा 2 मीनस ए वाले एलीमेंट जिहड़े हैगे ने किहड़े ने, ए वाले एलीमेंट्स हैगे ने जिथे आई ते जे इक्वल आ, ठीक है। आई ते जे जो इक्वल है उदों तो यदा सम बनना सी 3 -2 + 1, लेकिन इत्थे गल कर रहे हैं अपने को जो आई ते जे इक्वल नहीं हैगे, मतलब कि इन्हां एलीमेंट्स का सम की गल कर रहे हैं, जिहड़े 6 एलीमेंट्स अपने को बच गए। सो 0 + 0 + 0 कितना आना सी, ये 0 आना चाहिए सी। सो दिस इज ए फॉल्स ऑप्शन। सो आप सम करके दिखाना सी नॉन डायगोनल एलीमेंट्स का, ते नॉन डायगोनल एलीमेंट्स का सम इस क्वेश्चन दे विच किसी भी क्वेश्चन दे विच जिहड़ा डायगोनल मैट्रिक्स होएगा नॉन डायगोनल एलीमेंट्स का सम लिख लो या प्रोडक्ट लिख लो, इट विल बी इक्वल टू 0। इस तो बाद है इक्वल मैट्रिक्स किहड़े हुंदे ने। देखो दो मैट्रिक्स इक्वल कदों होणगे, अगर दो कंडीशन ने, एक तो दोनों सेम कंडीशन सेम ऑर्डर के होने चाहिए ने, एक उन्हां दे जिहड़े कोरस्पोंडिंग एलीमेंट्स ने वो इक्वल होने चाहिए ने। जिवें दो मैट्रिक्स ही ने इक्वल कदों होणगे, उन्हां दे ऑर्डर तो सेम ने, ये भी 2/2 ऑर्डर का मैट्रिक्स है, राइट हैंड साइड ते भी 2/2 ऑर्डर का मैट्रिक्स हैगा। सो एक्स मस्ट भी इक्वल टू कितना हो गया, एक्स मस्ट भी इक्वल टू 6, वाई मस्ट भी इक्वल टू 4। इहदे नाल आपां नूं कोई एलीमेंट्स मिल गए। Here you have to find x square minus 2y, so ये आ गया 6 the square minus 2 into 4, so 36, this is minus 8, so 28 ਇਹਦਾ आंसर आ गया। इस तरह ਦੇ क्वेश्चन ਆਪਾਂ ਬਣਾ ਸਕਦੇ ਹਾਂ। ਨੈਕਸਟ ਹੈ ਕਹਿੰਦਾ i2 ਤੇ i3 ਹਮੇਸ਼ਾ ਇਕੁਅਲ ਹੁੰਦੇ ਨੇ। ਦੇਖੋ i2 ਕਿੰਨਾ ਹੁੰਦਾ ਤੁਹਾਡੇ ਕੋਲ, i2 ਹੁੰਦਾ ਜਿਹਦਾ ਆਰਡਰ 2/2 ਹੈ ਤੇ ਇੱਕ ਆਇਡੈਂਟੀਟੀ ਮੈਟ੍ਰਿਕਸ ਹੈ। i3 ਕਿੰਨਾ ਹੈ, ਇਹਨਾਂ ਦਾ ਆਰਡਰ ਹੀ ਨਹੀਂ ਇਕੁਅਲ ਹੈਗੇ, ठीक है। एलीमेंट्स तो बाद की गल है, इन्हां दे ऑर्डर ही अलग अलग ने, अगर ऑर्डर ही अलग अलग ने तो ये दोनों इक्वल नहीं हो सकते। सो दिस इज ए फॉल्स स्टेटमेंट। नैक्सट है एडिशन ऑफ मैट्रिसेस का कंसैप्ट आ जाता है। हुण उस तो बाद दो मैट्रिसेस कहंदा अगर अपने कोल सेम ऑर्डर दे होणगे तां ही आपां ऐड कर सकते हैं। इफ टू मैट्रिसेस ए एंड बी आर ऑफ सेम टाइप द सेम ऑर्डर then their sum is conformable for addition, मींस ताही आप दो मैट्रिक्स ਨੂੰ ऐड कर सकते हैं अगर वो सेम टाइप ਦੇ ਨੇ। ऐड किवें करने ने, कोरस्पोंडिंग एलीमेंट्स ऐड करने ने, वो आप इस क्वेश्चन ਦੇ ਵਿੱਚ चेक करांगे भी किवें ऐड किते आ। इफ a + b = c, देखो a ਦਾ ਆਰਡਰ ਆਪਣੇ ਕੋਲ 3/5 गिवन है, b ਦਾ ਆਰਡਰ भी 3/5 है, तो c ਦਾ ਆਰਡਰ भी 3/5 ही आएगा। तो ਆਰਡਰ सेम ही आ जाता है, ਜਿਹੜਾ ਆਰਡਰ a ਤੇ b ਦਾ ਉਸੇ ਆਰਡਰ ਦਾ a + b आ जाता है। इत्थे a + b ਨੂੰ ਉਹਨੇ c लिख लिया, सो c इज ऑफ ऑर्डर 3/5। नैक्सट क्वेश्चन हैगा अगर दो मैट्रिक्स ने दोनों देखो सेम टाइप के ने, इस करके ऐड हो रहे ने, ऐड करने ने कोरस्पोंडिंग जिहड़ा 1 पोजीशन ते बैठा उसे दे विच आपां 1 पोजीशन वाला एलीमेंट ही ऐड करांगे। सो ये बनेगा 2 - 2 बन गया, 0 दे विच 0 ऐड हो गया, ए वाले एलीमेंट दे विच जो 2 1 पोजीशन ते बैठा 2 1 पोजीशन वाला 0 + -2 बन गया। इस तरह 4 2 2 पोजीशन ते बैठा इधर 2 2 पोजीशन ते 0 आ, तो 4 + 0, सो कितना बन गया 0 0 -2 4। तो करैक्ट ऑप्शन केड़ी आ गई अपने को सी। नैक्सट है कुछ एक प्रॉपर्टीज ने, ये सुनने जस्ट वैसे ही जा रखनिया ने, कोई अपने को 1 नंबर के क्वेश्चन बन सकते हैं। जिमें आप क्वेश्चन बनाता भी एडिशन ऑफ मैट्रिसेस इज नॉट कॉम्यूटेटिव, ट्रू फॉल्स दसना। देखो a + b = b + a हुंदा हमेशा, सो एडिशन ऑफ मैट्रिसेस ऑलवेज कॉम्यूटेटिव। a + b + c = a + इस तरह का ब्रैकेट भावें पहले पिछले दो मैट्रिसेस ऐड कर लो, भावें अगले दो मैट्रिसेस ऐड कर लो, आंसर सेम ही आएगा। सो ये एसोसिएटिव भी हैगा। देयर इज ए यूनिक m/n ऑर्डर मैट्रिक्स विद दिस वन, अगर कोई मैट्रिक्स a m/n ऑर्डर का तो अपने को एक होर हमेशा नल मैट्रिक्स होएगा ही, मीन एग्जिस्टेंस ऑफ द एडिटिव आइडेंटिटी। जिवें अपने कोल कोई मैट्रिक्स हैगा b है, ਉਹਦੇ ਵਿੱਚ ਪੁੱਛ ले भी फिलिंग ब्लैंक्स बना लेने हैं तो कितना आंसर आएगा, भी o आएगा कि b आएगा, तो आंसर हमेशा b ही आएगा।
ਆਪਣੇ ਕੋਲ ਫॉर ਐਨੀ ਟੂ ਰੀਅਲ ਨੰਬਰ ਅਗਰ ਕੋਈ ਵੀ ਮੈਟ੍ਰਿਕਸ ਹੈਗਾ ਤਾਂ ਉਹਦੇ ਵਿੱਚ ਆਪਣੇ ਕੋਲ ਉਹਦਾ ਨੈਗੇਟਿਵ ਇਸ ਤਰ੍ਹਾਂ ਦਾ a ਪਲੱਸ ਮਾਈਨਸ a ਕਿੰਨਾ ਬਣ ਜਾਂਦਾ, ਇਟ ਇਜ਼ ਆਲਵੇਜ਼ ए ਨਲ ਮੈਟ੍ਰਿਕਸ। ਇਸ ਤਰ੍ਹਾਂ ਦਾ ਆਪਾਂ ਕੁਐਸਚਨ ਇਹਦੇ ਵਿੱਚੋਂ ਫੋਰਥ ਪ੍ਰੋਪਰਟੀ ਬੇਸਡ ਕ੍ਰੀਏਟ ਕਰ ਸਕਦੇ ਹਾਂ। तो प्रॉपर्टी का अपने को इन्ना की कम है, एक एक नंबर के क्वेश्चन सॉल्व करने वास्ते हेल्प कर जाते हैं। नैक्सट है भी i2 प्लस i3 कहता i5 हो जाता है। देखो पहली गल तो i2 तो i3 ऐड ही नहीं होंगे, ਇਹਦਾ ਆਰਡਰ 2/2 है, ਇਹਦਾ ਆਰਡਰ 3/3 है, तो किमें पॉसिबल है? सो दिस इज ए फॉल्स स्टेटमेंट भी मैट्रिक्स ਤਾਂ ਹੀ ਐਡ ਹੋਣਗੇ ਅਗਰ ਸੇਮ ਆਰਡਰ ਦੇ ਹੋਣਗੇ। i-0 ਕਿਸੇ ਮੈਟ੍ਰਿਕਸ ਦੇ ਵਿੱਚ ਭਾਵੇਂ ਤੁਸੀਂ ਨਲ ਮੈਟ੍ਰਿਕਸ ਪਲੱਸ ਕਰ ਦਿਓ ਜਾਂ ਨਲ ਮੈਟ੍ਰਿਕਸ ਮਾਈਨਸ ਕਰ ਦਿਓ, ਇਹ ਹਮੇਸ਼ਾ ਸੇਮ ਮੈਟ੍ਰਿਕਸ ਰਹੇਗਾ। a ਦੇ ਵਿੱਚ ਭਾਵੇਂ ਪਲੱਸ o ਕਰ ਦਿਓ ਤਾਂ ਵੀ ਇਹ ਆਪਣੇ ਕੋਲ a ਆਏਗਾ, a ਦੇ ਵਿੱਚ ਭਾਵੇਂ ਮਾਈਨਸ o ਕਰ ਦਿਓ ਤਾਂ ਵੀ ਇਹ a ਹੀ ਆਏਗਾ। ਸੋ ਦਿਸ ਇਜ਼ ਏ ਫॉल्स ऑप्शन आएगा ਇਹਦਾ, ਇਹ ਫॉल्स स्टेटमेंट है। ਕਹਿੰਦਾ a b ਤੇ b a ਇਕੁਅਲ ਹੁੰਦੇ ਨੇ। ਦੇਖੋ ਐਡੀਸ਼ਨ ਆਫ ਮੈਟ੍ਰਿਸਿਸ ਦਾ ਆਪਣੇ ਕੋਲ ਹੁੰਦਾ ਕਮੋਟੇਟਿਵ, ਲੇਕਿਨ a b ਤੇ b a ਸ਼ੋਰ ਥੋੜਾ ਵੀ ਇਕੁਅਲ ਹੋਣਗੇ, ਇਹ ਫॉल्स स्टेटमेंट है। ਜਿਵੇਂ ਆਪਣੇ ਕੋਲ ਸਿੰਪਲ ਨੰਬਰ ਦੇ ਵਿੱਚ ਵੀ ਆਪਾਂ ਗੱਲ ਕਰੀਏ, ਸਿੰਪਲ ਰੀਅਲ ਨੰਬਰ ਦੇ ਵਿੱਚ 2 3 3 2 ਦੇਖੋ ਇਕੁਅਲ ਥੋੜਾ ਹੁੰਦੇ ਨੇ। ਉਸੇ ਤਰ੍ਹਾਂ ਮੈਟ੍ਰਿਸਿਸ ਦੇ ਵਿੱਚ ਵੀ ਸੇਮ ਕੰਡੀਸ਼ਨ ਇਹ ਫੋਲੋ ਹੋ ਰਹੀ ਹੈ, a b ਇਜ਼ ਨੋਟ ਇਕੁਅਲ ਟੂ b a। अगर कहता a का ऑर्डर हैगा 3/2, b का ऑर्डर हैगा 3/2, a b का ऑर्डर कितना होएगा? a प्लस b या a b का ऑर्डर सेम ही हुंदा जिहड़ा a या b का हुंदा। सो इहदा c जिहड़ा हैगा a b इक्वल टू c। सो c का आंसर ऑर्डर कितना आएगा? इट इज ऑफ ऑर्डर 3/2, सेम ऑर्डर आएगा जिस ऑर्डर दे 3a या b ने। इस तो बाद क्वेश्चन आ गया मल्टीप्लिकेशन का, भी दो मैट्रिक्स एक मैट्रिक्स ਨੂੰ ਕਿਸੇ ਸਕੇਲਰ ਨਾਲ ਮਲਟੀਪਲਾਈ ਕਿਵੇਂ ਕਰੋਗੇ। ਜਿਵੇਂ ਇਹਨੂੰ ਸਮਝਣ ਵਾਸਤੇ ਮੈਂ ਇੱਕ ਕੁਐਸਚਨ ਲਿਖਿਆ ਤਾਂ ਇਹਦੇ ਵਿੱਚ ਇਹਨੂੰ ਅਗਰ ਆਪਾਂ ਖੋਲ ਕੇ ਲਿਖ ਲਈਏ ਤੇ ਆਏਗਾ ਮੈਟ੍ਰਿਕਸ 3 0 0, ਕਿਉਂਕਿ ਇੱਕ ਡਾਇਗੋਨਲ ਮੈਟ੍ਰਿਕਸ ਆ। ਅਗਰ ਤੁਸੀਂ ਇਹਨੂੰ ਇੱਥੇ 0 ਆਏਗਾ ਕਿਉਂਕਿ ਨੋਨ ਡਾਇਗੋਨਲ ਐਲੀਮੈਂਟ 0 ਹੋ ਗਏ, ਇਹ ਵਾਲਾ ਇਹਨੂੰ ਤੁਸੀਂ -4a ਲਿਖਣਾ ਇਸ ਦਾ, ਤਾਂ ਕਿਸੇ ਸਕੇਲਰ ਨਾਲ ਮਲਟੀਪਲਾਈ ਕਰਤਾ। अगर आप किसी नंबर ना मल्टीप्लाई करिए तो बाय डेफिनेशन हरेक एलीमेंट जो मैट्रिक्स का उस नंबर ना मल्टीप्लाई कर दो तो कितना बन जाएगा? इतने -12 आ गया। 0 ना मल्टीप्लाई करके कोई चेंज नहीं आएगा, ये तो सारे 0 ही रहने जो पहला 0 ने। -4 × -2 इतने 8 आना चाहिए सी, इतने अपने को आना चाहिए सी -4। सो इसनों आप अगर डायगोनल फॉर्म च लिखिए dij लिख के तो इतने डायगोनल लिख दो -12 8 -4। ਇਹਦੇ ਵਿੱਚ ਦੇਖੋ ਇਹ ਤਾਂ ਠੀਕ ਲਿਖਿਆ, ਦੋਨੋਂ ਗਲਤ ਲਿਖਤੇ। ਸੋ ਦਿਸ ਇਜ਼ ਏ ਫਾਲਸ ਸਟੇਟਮੈਂਟ। ਨੈਕਸਟ ਹੈਗਾ ਕਹਿੰਦਾ ਵੀ ਦੋ ਮੈਟ੍ਰਿਕਸ ਨੇ ਆਪਣੇ ਕੋਲ, ਇਹਦਾ ਆਰਡਰ ਹੈਗਾ 2/2, ਇਸ ਦਾ ਆਰਡਰ ਹੈਗਾ 2/2। ਕਹਿੰਦਾ 3a 2b ਕਰਨ ਨਾਲ ਕੋਈ ਆਰਡਰ ਚੇਂਜ ਆਏਗਾ? ਦੇਖੋ ਸਕੇਲਰ ਮਲਟੀਪਲੀਕੇਸ਼ਨ ਕਰਨ ਨਾਲ ਆਰਡਰ ਕੋਈ ਚੇਂਜ ਨਹੀਂ ਹੁੰਦਾ, ਪਲੱਸ ਮਾਈਨਸ ਕਰਨ ਨਾਲ ਕੋਈ ਆਰਡਰ ਚੇਂਜ ਨਹੀਂ ਹੁੰਦਾ। तो जेडे ऑर्डर दे ए ते बी ने उस ऑर्डर का 3a - 2b आएगा, तो इसका ऑर्डर आएगा 2/2। एक क्वेश्चन हैगा a गिवन है b गिवन है, यू हैव टू फाइंड 2a - b। देखो 2 × a कर लेने 2 1 2 -4 माइनस b लिख लो, ये आएगा 3 -1 1 4। तो इसनों आप सोल्व करके देखना, तो सोल्व करके कितना हो गया? हरेक एलीमेंट 2 ना मल्टीप्लाई हो गया, 2 4 -8, इतने कितना आएगा माइनस, ये तो सेम ही रह गया। उन दो मैट्रिक्स माइनस कटे ने, कोरस्पोंडिंग एलिमेंट्स माइनस कर दो, 4 च 3 गया, ये कितना आ गया 1, 2 - +3 बन गया, 4 - 1 3 आ गया, -8 -4 ये आ गया -12। दिस वन इस तरह आप 2a - b फाइंड कर लिया। नैक्सट है मल्टीप्लिकेशन ऑफ मैट्रिसिस। कहना अपने को मैट्रिसिस जिहड़े हैगे ने इन्हों मल्टीप्लाई किवें करना। तो पहली तो कंडीशन हुंदी है, अगर सपोज कर लो तुसीं दो मैट्रिक्स मल्टीप्लाई करने ने ए ते बी, जिहड़े ए दी कॉलम ने मतलब ए का ऑर्डर हैगा m/n, पर बी का ऑर्डर हैगा ये n/, तो ही स्टार्ट होएगा। मीनस इहदे नंबर ऑफ कॉलम ने ए दियां, अगर बी दी नंबर ऑफ रोज सेम होणगियां तां आपां मैट्रिक्स नूं मल्टीप्लाई कर सकते हैं। सपोज कर लो m/n/p है, तो अगर अपने को नंबर ऑफ रो कॉलम ए दियां
ਤੇ ਨੰਬਰ ਆਫ ਰੋਜ਼ ਜਿਹੜੀ ਹੈਗੀ ਹੈ ਸੈਕਿੰਡ ਮੈਟ੍ਰਿਕਸ ਬੀ ਦੀਆਂ ਅਗਰ ਸੇਮ ਹੋ ਜਾਂਦੀਆਂ ਨੇ ਤਾਂ ਹੀ ਮਲਟੀਪਲੀਕੇਸ਼ਨ ਡਿਫਾਈਨ ਹੋਏਗਾ। ਓਵਰਆਲ ਏ ਬੀ ਦਾ ਆਰਡਰ ਕਿਹੜਾ ਆਏਗਾ, ਇਟ ਵਿਲ ਬੀ ਇਕੁਅਲ ਟੂ m ਬਾਈ p। ਠੀਕ ਹੈ, ਇੱਕ ਤਰ੍ਹਾਂ ਦੇ ਆਪਣੇ ਕੋਲ m ਬਾਈ p ਇਹਦਾ ਆਰਡਰ ਆ ਜਾਂਦਾ ਹੈ। ਇਹਦੇ ਨਾਲ ਕਾਫੀ ਇੱਕ ਨੰਬਰ ਦੇ ਕੁਐਸਚਨ ਬਣ ਜਾਂਦੇ ਆ। ਮੈਟ੍ਰਿਕਸ ਨੂੰ ਮਲਟੀਪਲਾਈ ਕਿਵੇਂ ਕਰਨਾ ਆਪਾਂ ਦੇਖ ਲਾਂਗੇ, ਕੁਐਸਚਨ ਦੇ ਵਿੱਚ ਦੇਖ ਲੈਣੇ ਇਸ ਤਰ੍ਹਾਂ ਦੇ। ਤੇ ਇੱਥੇ ਆਪਣੇ ਕੋਲ ਦੋ ਇਹਦੇ ਵਿੱਚ ਇੱਕ ਤਾਂ fx a ਗਿਵਨ ਹੈ, ਇੱਕ ਮੈਟ੍ਰਿਕਸ ਲਿਖ ਲਿਆ ਆਪਣੇ ਕੋਲ 2 1 3 -1। ਇੱਕ ਆਪਣੇ ਕੋਲ ਕੋਈ ਇਕੁਏਸ਼ਨ ਟਾਈਪ ਫੰਕਸ਼ਨ ਲਿਖ ਲਿਆ ਕੋਈ, ਤੁਸੀਂ ਫਾਈਂਡ ਕਰਨਾ fa। देखो fa लिखने का की ढंग होएगा, तुसी x की जगह ते a लिख दो, जो कॉन्स्टेंट इत्थे 1 लिखिया है 1 नूं आपां रिप्लेस कर दो i। अगर ये हुंदा x स्क्वायर -2 हुंदा 2x + 3 हुंदा सपोज कर लो, तो आपां दी कोरस्पोंडिंग मैट्रिक्स इक्वेशन किहड़ी लिखदे इस तरह दी, इत्थे 3i। तो इस तरह की मैट्रिक्स इक्वेशन आपां बना सकते हैं। ये क्वेश्चन दे विच तुसी a स्क्वायर फाइंड करना है, एक मैट्रिक्स की पावर इंटैगरल पावर फाइंड करनी है a स्क्वायर। ए स्क्वायर का मतलब होता है ए इंटू ए। अगर ए क्यूब आ जाए किसी क्वेश्चन दे विच फिर किवें लिखोगे, ए स्क्वायर इंटू ए लिख लो, ए इंटू ए स्क्वायर लिख लो, ए इंटू ए लिख सकते हो। तो इस तरह आप मैट्रिक्स दी पावर्स भी फाइंड कर सकते हैं। ए स्क्वायर फाइंड करना है, दिस इज अवर ए। उस तो बाद लिख लिया 2 1 3 -1। इनू मल्टीप्लाई करने का की ढंग है, इस रो बाय कॉलम। ठीक है, फर्स्ट रो नूं फर्स्ट कॉलम ना करांगे तो हैगा 2 बाय 2 अपने को आ गया 4 + 3 7। उस तो बाद आ गया 2, इनू अपने को मल्टी फर्स्ट रो नूं हुण सैकेंड कॉलम ना करो, पहला फर्स्ट रो नूं फर्स्ट कॉलम नाल मल्टीप्लाई कीता, फर्स्ट रो नूं सैकेंड कॉलम नाल 2 × 1 1 × -1, ये आ गया दिस वन। उस तो बाद आएगा सैकेंड रो स्टार्ट कर लो, फिर सैकेंड रो दे विच लिखना स्टार्ट कर दो, 3 × 2 6 आ गया -3। इस तरह 3 + 1, तो आंसर कितना आ गया अपने को 7 1 3 4 दिस वन। तो ये अपने को a स्क्वायर - i फाइंड करना है, तो fa कितना आएगा, fa = a स्क्वायर कितना आ गया 7 1 3 4। आई का ऑर्डर देखो अपने आप क्वेश्चन के हिसाब नाल ही देखना पेगा, क्योंकि ए स्क्वायर का ऑर्डर भी 2 बाय 2 है, तो आई का ऑर्डर भी अपने को 2 बाय 2 ही आएगा। तो इन्होंने माइनस करता, दिस इज आइडेंटिटी मैट्रिक्स 6 1 3 3। ठीक है, 3 - 0 4 - 1 7 - 1 1 कोरस्पोंडिंग एलिमेंट्स आप माइनस कर ले। नैक्सट है ये क्वेश्चन तुसी खुद करके देखना। ठीक है, इसका आंसर चेक करना है। आई थिंक इसका आंसर जो है वो है 0। तुसी चेक करना भी 0 बन रहा है कि नहीं बन रहा। दोनों मैट्रिक्स मल्टीप्लाई करना है, i3 के इक्वल रख के चेक करना है। नैक्सट अपने को है बहुत इंपॉर्टेंट क्वेश्चन है, काफ़ी बार बोर्ड के क्वेश्चन पेपर च भी आया हुआ है। इफ ए बी = c है, बी तो सी का ऑर्डर गिवन है। देखो ए बी = c है, बी का ऑर्डर है 3 बाय 5, सी का ऑर्डर भी 3 बाय 5। तुसी फाइंड करना ए का ऑर्डर। तो ए का ऑर्डर किवें फाइंड करोगे, देखो पहली कंडीशन की है, ਇਹਦਾ ਜਿਹੜਾ ਨੰਬਰ ਆਫ ਕਾਲਮ ਨੇ ए ਦੀਆਂ ਉਹ ਨੰਬਰ ਆਫ ਰੋਜ਼ ਆਫ बी ਦੇ ਇਕੁਅਲ ਹੋਣੀਆਂ ਚਾਹੀਦੀਆਂ ਨੇ। ਤਾਂ ਇੱਥੋਂ ਦਾ ਆਪਾਂ ਨੂੰ ਇਹਦੇ ਨੰਬਰ ਆਫ ਕਾਲਮ ਪਤਾ ਲੱਗ ਗਿਆ ए ਦੀਆਂ। ਹੁਣ ਆਪਾਂ ਦੇਖਣਾ ਇਹਦੇ ਰੋਜ਼ ਕਿੰਨੀਆਂ ਹੋਣਗੀਆਂ, ਤਾਂ ਇਹ ਵਾਲਾ ਜਿਹੜਾ ਇਹ ਵਾਲਾ ਨੰਬਰ ਹੈਗਾ ਹਮੇਸ਼ਾ ਇੱਥੇ ਹੋਏਗਾ, ਕਿਉਂਕਿ ਓਵਰਆਲ ਆਪਣੇ ਕੋਲ ए बी ਦਾ ਆਰਡਰ ਆਪਾਂ ਕੱਢਣਾ ਹੋਵੇ, ए बी ਦਾ ਆਰਡਰ ਕਿੰਨਾ ਹੁੰਦਾ ਹੈ ਆਪਣੇ ਕੋਲ, ਜਿਹੜੀਆਂ ए ਦੀਆਂ ਨੰਬਰ ਆਫ ਰੋਜ਼ ਨੇ ਉਹ ਇੱਥੇ ਆ ਗਈਆਂ, बी ਦੀਆਂ ਨੰਬਰ ਆਫ ਕਾਲਮਸ ਇੱਥੇ ਆ ਗਈਆਂ। ਸੋ ਇਸ ਤਰ੍ਹਾਂ ਆਪਾਂ ਆਰਡਰ ਕੱਢ ਲੈਂਦੇ ਹਾਂ। सो इस तरह के क्वेश्चन काफ़ी बन सकते हैं। तो अपने को करैक्ट ऑप्शन केड़ी बन गई, दिस इज 3 बाय 3। आप दो कंडीशन चैक कर, एक ओवरऑल अपने को ए बी का ऑर्डर पता सी, ਉਹਦੇ ਨਾਲ ਤਾਂ ਆਪਣੇ ਕੋਲ ए ਦੀਆਂ नंबर ऑफ रोज पता लग गई। इस तरह अपने को ए ਦੀਆਂ नंबर ऑफ कॉलम करनिया ने, वो आपको पता भी ए बी कदों डिफाइंड होंदा, दो मैट्रिक्स ਨੂੰ कदों मल्टीप्लाई कर सकते हैं अगर ए ਦੀਆਂ नंबर ऑफ कॉलम ਤੇ बी ਦੀਆਂ नंबर ऑफ रोज सेम होनियां। तो इस कंडीशन तो अपने को कॉलम भी पता लग गया। सो अपने को ऑर्डर पता लग गया। नैक्सट ये प्रॉपर्टीज दे, देखो ए बी मे और मे नॉट बी इक्वल टू बी ए। अपने को मैट्रिक्स की मल्टीप्लिकेशन है ना कॉमोटेटिव होनी कोई जरूरी नहीं होंगी। तुसी कोई भी दो मैट्रिक्स लै लो, ठीक है, ज़्यादातर वो कॉमोटेटिव नॉन कॉमोटेटिव ही होंगे।
ਤਾਂ ਉਹਨੂੰ ਮਲਟੀਪਲਾਈ ਕਰਕੇ ਚੈੱਕ ਕਰਾਂਗੇ ਤਾਂ ਇਹ ਪ੍ਰੋਪਰਟੀਜ਼ ਉਹਨੇ ਯਾਦ ਰੱਖਣੀ ਹੈ। ਇੱਕ ਨੰਬਰ ਦਾ ਕੁਐਸਚਨ ਬਣ ਸਕਦਾ ਹੈ ਵੀ ਏ ਬੀ ਮਲਟੀਪਲੀਕੇਸ਼ਨ ਆਫ ਮੈਟ੍ਰਿਸਿਸ ਇਜ਼ ਕਮੋਟੇਟਿਵ, ਤਾਂ ਟਰੂ ਜਾਂ ਫਾਲਸ ਦੱਸਣਾ ਹੈ। ਤਾਂ ਇਸ ਤਰ੍ਹਾਂ ਦੇ ਕੁਐਸਚਨ ਆਪਾਂ ਬਣਾ ਸਕਦੇ ਹਾਂ। ਸੈਕਿੰਡ ਹੈਗਾ ਐਸੋਸੀਏਟਿਵ ਲਾ ਫੋਲੋ ਕਰਦਾ ਹੈ, ਠੀਕ ਹੈ। ਪ੍ਰੋਪਰਟੀ ਜਿਹੜੀ ਹੈਗੀ ਹੈ ਸਿਰਫ ਆਪਾਂ ਇੰਨਾ ਕੀ ਯਾਦ ਰੱਖ ਲਈ ਵੀ ਐਸੋਸੀਏਟਿਵ ਲਾ ਫੋਲੋ ਕਰਦਾ ਤੇ ਇਹਦੇ ਨਾਲ ਆਪਣੇ ਕੋਲ ਇੱਕ ਨੰਬਰ ਦੇ ਕੁਐਸਚਨ ਹੋ ਜਾਣਗੇ। ਡਿਸਟ੍ਰੀਬਿਊਟ ਲਾ ਵੀ ਠੀਕ ਹੈ, ਇਹ ਆਪਣੇ ਕੋਲ a into b plus c is equal to ab plus ac ਹੁੰਦਾ। ਸਿਮਿਲਰਲੀ ਅਗਰ ਰਾਈਟ ਹੈਂਡ ਸਾਈਡ ਤੋਂ ਇਹਨੂੰ ਮਲਟੀਪਲਾਈ ਕਰਾਂਗੇ ਕਿਸੇ ਮੈਟ੍ਰਿਕਸ ਨੂੰ ਤਾਂ ਇਸ ਤਰ੍ਹਾਂ ਦੀ ਪ੍ਰੋਪਰਟੀ ac plus bc ਆ ਗਿਆ। ਨੈਕਸਟ ਦੇਖਦੇ ਹਾਂ, ਜਿਵੇਂ ਹੁਣ ਇੱਥੇ ਇੱਕ ਨੰਬਰ ਦਾ ਕੁਐਸਚਨ ਬਣ ਗਿਆ ਵੀ ਮੈਟ੍ਰਿਕਸ ਮਲਟੀਪਲੀਕੇਸ਼ਨ ਇਜ਼ ਕਮੋਟੇਟਿਵ, ਟਰੂ ਐਜ਼ ਅ ਫਾਲਸ ਹੈ। ਆਪਾਂ ਹੁਣੀ ਪੜ੍ਹ ਕੇ ਹਟੇ ਇਟ ਇਜ਼ ਨੋਟ ਮੇ ਔਰ ਮੇ ਨੋਟ ਵੀ ਕਮੋਟੇਟਿਵ, ਠੀਕ ਹੈ। ਸੋ ਇਹਦੀ ਇਹ ਹਮੇਸ਼ਾ ਥੋੜਾ ਕਮੋਟੇਟਿਵ ਹੋਏਗਾ। ਸੋ ਇਹਦੀ ਕਰੈਕਟ ਆਪਸ਼ਨ ਕਿਹੜਾ ਬਣ ਗਿਆ, ਫਾਲਸ ਆ ਗਿਆ। ਨੈਕਸਟ ਹੈ ਕਹਿੰਦਾ ਪ੍ਰੋਡਕਟ ਆਫ ਟੂ ਮੈਟ੍ਰਿਕਸ ਇਜ਼ ਏ ਜ਼ੀਰੋ ਮੈਟ੍ਰਿਕਸ, ਕਹਿੰਦਾ ਵਨ ਆਫ ਦਾ ਮੈਟ੍ਰਿਕਸ ਜ਼ੀਰੋ ਹੋਣਾ ਚਾਹੀਦਾ। ਦੇਖੋ ਸਿੰਪਲ ਰੀਅਲ ਨੰਬਰ ਦੇ ਵਿੱਚ ਤਾਂ ਹੁੰਦਾ ਹੀ ਹੈ, ਅਗਰ ਦੋ ਨੰਬਰ ਦੀ ਮਲਟੀਪਲੀਕੇਸ਼ਨ ਜ਼ੀਰੋ ਹੁੰਦੀ ਹੈ ਤਾਂ x ਜਾਂ y ਜ਼ੀਰੋ ਹੋਏਗਾ ਜਾਂ ਦੋਨੋਂ ਜ਼ੀਰੋ ਹੋ ਸਕਦੇ ਨੇ। ਲੇਕਿਨ ਮੈਟ੍ਰਿਕਸ ਦੇ ਵਿੱਚ ਥੋੜਾ ਮੈਟ੍ਰਿਕਸ ਅਲਜਬਰਾ ਦੇ ਵਿੱਚ ਫਰਕ ਹੈਗਾ। ਮੰਨ ਲਓ ਆਪਣੇ ਕੋਲ ਇੱਕ ਮੈਟ੍ਰਿਕਸ ਲਿਖ ਲਿਆ ਦਿਸ ਵਨ, ਇੱਕ b ਮੈਟ੍ਰਿਕਸ ਮੈਨੇ ਲਿਖ ਲਿਆ 0 1 0 0। ਅਗਰ ਆਪਾਂ ਇਹ ਦੋਨੋਂ ਮੈਟ੍ਰਿਕਸ ਨੂੰ ਮਲਟੀਪਲਾਈ ਕਰਦੇ ਹਾਂ ਤਾਂ ਆਪਣੇ ਕੋਲੇ ਆਏਗਾ ab ਇਕੁਅਲ ਟੂ 1 into 0 plus 0 into 1 0, 1 into 0 ਇਹ ਵੀ 0 ਆ ਗਿਆ। ਸੋ ਮਲਟੀਪਲੀਕੇਸ਼ਨ ਦਾ ਦੇਖੋ ਇੱਕ ਨਲ ਮੈਟ੍ਰਿਕਸ ਬਣ ਗਿਆ। ਲੇਕਿਨ ਦੋਨੋਂ ਮੈਟ੍ਰਿਕਸ ਜਿਹੜੇ ਹੈਗੇ ਸੀ ਆਪਣੇ ਕੋਲੇ ਨਾ ਤਾਂ a ਇਕੁਅਲ ਟੂ ਨਲ ਮੈਟ੍ਰਿਕਸ ਹੈ, a is not a null matrix, b is not a null matrix। ਨਲ ਮੈਟ੍ਰਿਕਸ ਤਾਂ ਬਣਦਾ ਅਗਰ ਹਰੇਕ ਐਲੀਮੈਂਟ 0 ਬਣਦਾ, ਲੇਕਿਨ ਇਹ ਆਪਣੇ ਕੋਲ ਨਲ ਮੈਟ੍ਰਿਕਸ ਨਹੀਂ ਹੈਗਾ। ਸੋ ਇਸ ਤਰ੍ਹਾਂ ਦੀ ਸਟੇਟਮੈਂਟ ਜੇ ਆਪਾਂ ਲਿਖ ਦਈਏ ਵੀ ਪ੍ਰੋਡਕਟ ਆਫ ਟੂ ਮੈਟ੍ਰਿਕਸ ਅਗਰ 0 ਹੈ ਤਾਂ ਇੱਕ ਮੈਟ੍ਰਿਕਸ 0 ਲਾਜ਼ਮੀ ਹੋਏਗਾ। नो, दिस इज ए ਫਾਲਸ ਸਟੇਟਮੈਂਟ। ਸੋ ਆਪਣੇ ਕੋਲ ਨੋਨ ਜ਼ੀਰੋ ਐਲੀਮੈਂਟ ਜਿਹੜੇ ਨੋਨ ਨਲ ਮੈਟ੍ਰਿਸਿਸ ਨੇ ਉਹਨਾਂ ਦੇ ਮਲਟੀਪਲੀਕੇਸ਼ਨ ਵੀ 0 ਹੋ ਸਕਦਾ। ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਕਨਸੈਪਟ ਆ ਗਿਆ ਟਰਾਂਸਪੋਜ਼ ਦਾ। ਤੇ ਕੋਈ ਵੀ ਮੈਟ੍ਰਿਕਸ ਆਪਾਂ ਲਿਖ ਲੈਂਦੇ ਆ, ਅਗਰ ਆਪਾਂ ਦਾ ਟਰਾਂਸਪੋਜ਼ ਲਿਖਣਾ ਹੋਵੇ 2 3 4 1 2 3 ਤਾਂ ਸਿੰਪਲੀ ਟਰਾਂਸਪੋਜ਼ ਨੂੰ ਕਈ ਵਾਰ ਪ੍ਰਾਈਮ ਦੇ ਨਾਲ ਲਿਖ ਲੈਂਦੇ ਨੇ, ਕਈ ਵਾਰ ਇੱਥੇ ਟੀ ਪਾ ਕੇ ਕੈਪੀਟਲ ਟੀ ਲਿਖ ਲਓ, ਸਮੋਲ ਟੀ ਲਿਖ ਲਓ। ਤਾਂ ਟਰਾਂਸਪੋਜ਼ ਹੁੰਦਾ ਹੈ ਫਸਟ ਰੋ ਨੂੰ ਫਸਟ ਕਾਲਮ ਬਣਾ ਦਿਓ, ਸੈਕਿੰਡ ਰੋ ਨੂੰ ਸੈਕਿੰਡ ਕਾਲਮ ਬਣਾ ਦਿਓ। ਮੀਨਸ ਇੰਟਰਚੇਂਜਿੰਗ ਰੋਜ਼ ਐਂਡ ਕਾਲਮ, ਰੋਜ਼ ਤੇ ਕਾਲਮ ਚੇਂਜ ਕਰਤੀਆਂ। ਤਾਂ ਇੱਕ ਇਹਦੇ ਵਿੱਚ ਜਿਹੜਾ ਕੋਈ ਐਲੀਮੈਂਟ ਜਿਹੜਾ 1 2 ਪੋਜੀਸ਼ਨ ਤੇ ਬੈਠਾ ਉਹ ਕਿਹੜੀ ਪੋਜੀਸ਼ਨ ਤੇ ਚਲੇ ਗਿਆ, 2 1 ਪੋਜੀਸ਼ਨ ਤੇ ਚਲੇ ਗਿਆ। 4 ਦੀ ਕਿਹੜੀ ਪੋਜੀਸ਼ਨ ਸੀਗੀ, ਫਸਟ ਰੋ ਥਰਡ ਕਾਲਮ 1 3 ਪੋਜੀਸ਼ਨ ਤੇ ਆ, ਹੁਣ ਇਹ 3 1 ਪੋਜੀਸ਼ਨ ਤੇ ਆ ਗਿਆ। ਮੀਨ ਜਿਹੜਾ ਟਰਾਂਸਪੋਜ਼ ਦਾ ਆਪਣੇ ਕੋਲ ijth ਐਲੀਮੈਂਟ ਆ ਉਹ ਇਹ ਮੈਟ੍ਰਿਕਸ ਦਾ jith ਐਲੀਮੈਂਟ ਸੀਗਾ। ਆਰਡਰ ਵੀ ਚੇਂਜ ਹੋ ਗਿਆ। ਇਹਦਾ ਆਰਡਰ ਕਿੰਨਾ ਸੀ 2/3, 2 ਰੋ ਸੀ 3 ਕਾਲਮ ਸੀ। ਹੁਣ ਇਹਦਾ ਆਰਡਰ ਕਿੰਨਾ ਹੋ ਗਿਆ 3/2। ਤਾਂ ਅਗਰ ਕਿਸੇ ਮੈਟ੍ਰਿਕਸ ਦਾ ਆਰਡਰ m/n ਹੈ ਤਾਂ ਉਹਦੇ ਟਰਾਂਸਪੋਜ਼ ਦਾ ਆਰਡਰ n/m ਹੋਏਗਾ। ਪ੍ਰੋਪਰਟੀ ਜਿਹੜੀਆਂ ਤੁਹਾਨੂੰ ਯਾਦ ਰੱਖਣੀਆਂ ਨੇ ਹਮੇਸ਼ਾ, a plus b ਦਾ ਟਰਾਂਸਪੋਜ਼ a ਇਕੁਅਲ ਟੂ a ਟਰਾਂਸਪੋਜ਼ plus b ਟਰਾਂਸਪੋਜ਼ ਹੁੰਦਾ ਹੈ। ਇਸੇ ਤਰ੍ਹਾਂ a minus b ਦਾ ਟਰਾਂਸਪੋਜ਼, ਇਹ ਮੇਨ ਪ੍ਰੋਪਰਟੀ ਹੈ। ਅਗਰ a b ਦਾ ਟਰਾਂਸਪੋਜ਼ ਕੱਢਣਾ ਹੋਵੇ b ਟਰਾਂਸਪੋਜ਼ a ਟਰਾਂਸਪੋਜ਼, ਇਹ ਰਿਵਰਸਲ ਲਾ ਉਲਟਾ ਹੋ ਕੇ ਆ ਰਿਹਾ ਆਪਣੇ ਕੋਲ। a b ਟਰਾਂਸਪੋਜ਼ is equal to b ट्रांसपोज a ट्रांसपोज। अगर आप किसी मैट्रिक्स का पहला ट्रांसपोज ले लिया, मान लो अपने को कोई रो मैट्रिक्स आ, ਇਹਦਾ ਆਪਾਂ ट्रांसपोज ले लिया, ਇਹ ਕਿੰਨਾ ਬਣ ਜਾਏਗਾ 1 2 3। मीन्स रो मैट्रिक्स का ट्रांसपोज कॉलम मैट्रिक्स बन गया, तो कॉलम मैट्रिक्स का ट्रांसपोज रो मैट्रिक्स बन जाएगा। अगर आप एक होर ट्रांसपोज ले लिए, दोबारा ट्रांसपोज लोगे तो वापस इन्हें इसी पोजीशन ते आ जाना, सेम मैट्रिक्स ते आ जाना। ਤਾਂ ਟਰਾਂਸਪੋਜ਼ ਦਾ ਟਰਾਂਸਪੋਜ਼ ਲੈ ਕੇ ਸੇਮ ਮੈਟ੍ਰਿਕਸ ਦੁਆਰਾ ਮਿਲ ਜਾਂਦਾ। ਇਸ ਤਰ੍ਹਾਂ ਕੋਈ ਸਕੇਲਰ ਆ ਗਿਆ ਤਾਂ ਸਕੇਲਰ ਬਾਹਰ ਆ ਜਾਇਆ ਕਰੇਗਾ। ਇਸ ਤਰ੍ਹਾਂ ਦੀ ਪ੍ਰੋਪਰਟੀ ਜਿਵੇਂ ਆਪਾਂ ਲਿਖ ਲਈਏ 2a ਦਾ ਟਰਾਂਸਪੋਜ਼ ਕਾਹਦੇ ਇਕੁਅਲ ਹੋਏਗਾ, ਇੱਥੇ ਫਿਲ ਇਨ ਬਲੈਂਕਸ ਬਣਾ ਲਿਆ, ਇਹ ਤਾਂ ਫਿਲ ਇਨ ਬਲੈਂਕਸ ਕਰੋ ਜਾਂ ਆਪਸ਼ਨ ਦੇ ਦਿਓ ਵੀ -2a ਲਿਖਤਾ, ਕੀ ਇਹ ਸਹੀ ਹੈ। ਤਾਂ ਆਪਣੇ ਕੋਲ ਇਸ ਤਰ੍ਹਾਂ ਦੇ ਕੁਐਸਚਨਸ ਆਪਾਂ ਕ੍ਰੀਏਟ ਕਰ ਸਕਦੇ ਹਾਂ। ਸੋ ਸੇਮ k ਬਾਹਰ ਆਏਗਾ, ਕੋਈ ਇਹਦੇ ਵਿੱਚ ਮਾਈਨਸ ਪਲੱਸ ਚੇਂਜ ਕਰਨ ਦੀ ਲੋੜ ਨਹੀਂ ਹੁੰਦੀ। ਹੁਣ ਇਹਦੇ ਵਿੱਚ ab ਦਾ ab ਇਕੁਅਲ ਟੂ c ਹੈ, ਸੇਮ ਕੁਐਸਚਨ ਹੈ, ਲੇਕਿਨ ਇੱਥੇ ਆਪਣੇ ਕੋਲ ਧਿਆਨ ਦੇ ਆਪਾਂ ਦੇਖਾਂਗੇ b ਟਰਾਂਸਪੋਜ਼ ਦੀ ਗੱਲ ਕਰਦਾ ਹੈ। ab ਇਕੁਅਲ ਟੂ c, a ਦਾ ਆਰਡਰ ਕਿੰਨਾ 2/4, c ਦਾ ਆਰਡਰ ਹੈਗਾ 2/5।
ਆਪਾਂ फाइंड करना हुण बी का ऑर्डर। तो बी का ऑर्डर किवें फाइंड करोगे? देखो जी ये रोज ने ए दियां वो नंबर ऑफ कॉलम बन जानियां बी दियां। उस तो बाद जो सी दियां अपने को रिजल्टिंग मैट्रिक्स सी बन रहा ਉਹਦਾ ਜਿਹੜੇ ਆਪਣੇ ਕੋਲਮ ਨੇ ਇੱਥੇ ਆ ਜਾਊਗਾ 5। ਸੋ ਬੀ ਦਾ ਆਰਡਰ ਕਿਹੜਾ ਹੋ ਗਿਆ 4/5। ਬੱਚੇ ਗਲਤੀ 'ਚ ਇਹ ਵਾਲੀ ਆਪਸ਼ਨ ਟਿਕ ਕਰ ਜਾਂਦੇ ਆ, ਜਦਕਿ ਇਹਦਾ ਆਪਸ਼ਨ ਕਿਹੜੀ ਬਣਨੀ ਚਾਹੀਦੀ ਹੈ? ਬੀ ਟਰਾਂਸਪੋਜ਼ ਦੀ ਗੱਲ ਕਰਦਾ। ਅਗਰ ਬੀ ਦਾ ਆਪਣੇ ਕੋਲ ਆਰਡਰ ਆਇਆ 4/5 ਤਾਂ ਬੀ ਟਰਾਂਸਪੋਜ਼ ਦਾ ਆਰਡਰ ਕਿੰਨਾ ਆਏਗਾ? ਇਟ ਮਸਟ ਬੀ ਇਕੁਅਲ ਟੂ 5/4। ਇਸ ਤੋਂ ਬਾਅਦ ਹੈ ਟਰਾਂਸਪੋਜ਼ ਆਫ ਏ ਰੋ ਮੈਟ੍ਰਿਕਸ ਕੋਲਮ ਮੈਟ੍ਰਿਕਸ ਹੁੰਦਾ ਹੀ ਹੈ, ਟਰੂ ਆ ਗਿਆ। ਠੀਕ ਹੈ, ਕੋਲਮ ਮੈਟ੍ਰਿਕਸ ਦਾ ਟਰਾਂਸਪੋਜ਼ ਰੋ ਮੈਟ੍ਰਿਕਸ ਬਣ ਜਾਂਦਾ। ਇਹ ਕੁਐਸਚਨ ਤੁਸੀਂ ਖੁਦ ਕਰਕੇ ਦੇਖਿਓ। ਏ ਦਾ ਆਰਡਰ ਗਿਵਨ ਆ, ਬੀ ਦਾ ਆਰਡਰ ਗਿਵਨ ਹੈ ਤੇ ਬੀ ਏ ਦੇ ਟਰਾਂਸਪੋਜ਼ ਦਾ ਆਰਡਰ ਆਪਾਂ ਫਾਈਂਡ ਕਰਨਾ ਹੈ। ਇਹ ਤੁਸੀਂ ਖੁਦ ਕਰਕੇ ਦੇਖਣਾ ਪ੍ਰੈਕਟਿਸ। ਨੈਕਸਟ ਹੈ ਆਪਣੇ ਕੋਲੇ ਵੀ ਇੱਕ ਸਿਮੈਟ੍ਰਿਕ ਮੈਟ੍ਰਿਕਸ ਕਿਹੜਾ ਹੁੰਦਾ। ਦੇਖੋ ਕੋਈ ਵੀ ਮੈਟ੍ਰਿਕਸ ਅਗਰ ਗਿਵਨ ਹੈ ਤੁਸੀਂ ਚੈੱਕ ਕਰਨਾ ਹੋਵੇ ਵੀ ਸਿਮੈਟ੍ਰਿਕ ਨਹੀਂ ਹੈਗਾ ਕਿ ਨਹੀਂ ਹੈਗਾ, ਜੈਸੇ ਨੋ ਤਾਂ ਤੁਸੀਂ ਚੈੱਕ ਕਰਨਾ ਦਾ ਟਰਾਂਸਪੋਜ਼ ਫਾਈਂਡ ਕਰ ਲਓ। ਸਪੋਜ਼ ਤੁਹਾਡੇ ਕੋਲ ਇੱਕ ਮੈਟ੍ਰਿਕਸ ਗਿਵਨ ਹੈ 1 2 3 4। अगर मैं इसका ट्रांसपोज ले लेना है ये आऊगा 1 2 3 4। देखो तो ये इक्वल है नहीं गा। ठीक है, मैट्रिक्स का ट्रांसपोज है गिवन सेम मैट्रिक्स तो बने नहीं दोबारा, तो ये अपने को सिमेट्रिक मैट्रिक्स नहीं हैगा। दिस इज नॉट ए सिमेट्रिक मैट्रिक्स। तो सिमेट्रिक मैट्रिक्स वास्ते कई कंडीशन होंदी आ, आई जे एथ एलीमेंट ते जे आई एथ एलीमेंट सेम होना चाहिए। जिवें आप एक एग्जांपल लिख लैने इत्थे मैंने लिख लिया 1 2। देखो ए वाला जो एलीमेंट है 1 1 ये सेम ही रहना, इन्हें उल्टा करके लिख लो, ये कोई कंडीशन अपने को नहीं, ये तो सेम ही रहना है, ये तो आप चेक करने की लोड़ नहीं। जो ए वाला एलीमेंट है 2 वो इस पोजीशन पर आना चाहिए, तो फिर ये सिमेट्रिक मैट्रिक्स बन जाएगा। सिमिलरली स्क्यू सिमेट्रिक मैट्रिक्स किहड़ा हुंदा? अगर किसी मैट्रिक्स का अगर ट्रांसपोज लईए तो माइनस ए दे इक्वल आ जाए। मैं पहला एक एग्जाम्पल लिखदा इसकी, इसका आप ए वाली डेफिनेशन के नाल आपां कोई भी एग्जाम्पल लिख लैंदे आ। एक ये ध्यान रखना जो स्क्यू सिमेट्रिक मैट्रिक्स होंगे ने ये डायगोनल एलीमेंट्स 0 होंगे ने। इत्थे स्टेटमेंट भी लिख रखी है, ट्रू फॉल्स दे विच भी पाया जा सकता है। स्क्यू सिमेट्रिक मैट्रिक्स दे अपने कोल सारे डायगोनल एलीमेंट्स 0 होंगे ने, क्योंकि रिवीजन क्लास आप कोई प्रूफ नहीं कर रहे। अगर इत्थे आप 2 लिख लिया तो इत्थे -2 आएगा, इत्थे -3 लिख लिया इत्थे 3 आएगा। तो जिहड़ा एलीमेंट 1 2 पोजीशन ते है ते 2 1 एलीमेंट 2 1 पोजीशन ते उन्हां दे विच माइनस का डिफरेंस होएगा। इतने 4 लिख लिया तो इतने -4 लिख लिया। तो दिस इज ए एग्जाम्पल ऑफ ए स्क्यू सिमेट्रिक मैट्रिक्स। तो आप देख के ही चेक कर सकते हैं भी मैट्रिक्स गिवन जो है स्क्यू सिमेट्रिक हैगा कि नहीं हैगा। एक तो डायगोनल एलीमेंट सेम होने चाहिए ने, 1 2 ते 2 1 पोजीशन के एलीमेंट्स के विच माइनस का डिफरेंस होना चाहिए। सैकेंडली अगर तुसीं इहदा ट्रांसपोज लोगे ना, अगर ट्रांसपोज लोगे तो माइनस ए दे इक्वल आ जाएगा। ए दे विच इहदी कंडीशन हैगी आ। ਹੁਣ ਇੱਕ ਮੈਟ੍ਰਿਕਸ ਜਿਹੜਾ ਕਹਿੰਦਾ ਸਿਮੈਟ੍ਰਿਕ ਵੀ ਹੋਵੇ ਸਕਿਊ ਸਿਮੈਟ੍ਰਿਕ ਵੀ ਹੋਵੇ, ਕਿਸ ਤਰ੍ਹਾਂ ਦਾ ਹੋਊਗਾ ਇਹਨੂੰ ਆਪਾਂ ਸੋਲਵ ਕਰਕੇ ਦੇਖ ਲੈਂਦੇ ਆ। ਅਗਰ ਇਹ ਸਿਮੈਟ੍ਰਿਕ ਹੈ ਤਾਂ A ਟਰਾਂਸਪੋਜ਼ A ਦੇ ਇਕੁਅਲ ਹੋ ਗਿਆ। ਸਪੋਜ਼ ਇੱਕ ਮੈਟ੍ਰਿਕਸ A ਆ, अगर ये सिमेट्रिक है देन इट इज A ट्रांसपोज इज इक्वल टू A। अगर ये स्क्यू सिमेट्रिक है तो माइनस A दे इक्वल भी होगा। देखो लेफ्ट हैंड साइड सेम है तो राइट हैंड साइड भी सेम होगी। माइनस A अपने को लेफ्ट हैंड साइड पे आके ऐड हो गया। सो इधर नल मैट्रिक्स 0 नहीं लिखना, नल मैट्रिक्स आ गया। मैट्रिक्स दे विच मैट्रिक्स प्लस करोगे तो मैट्रिक्स ही आएगा। सो कितना इंप्लाई कर गया, इट इज ए नल मैट्रिक्स। सो द आंसर आएगा 0 मैट्रिक्स या नल मैट्रिक्स सेम ही होंगे। उस तो बाद ये मैट्रिक्स की गिवन है, चेक करना कि ये यूनिट मैट्रिक्स है नहीं। यूनिट मैट्रिक्स तो इस तरह के होंगे ने 2x2 ऑर्डर के। तो दिस इज नॉट ए यूनिट मैट्रिक्स। स्केलर मैट्रिक्स भी नहीं है, नॉन डायगोनल एलीमेंट्स की वास्ते सारे अपने को नॉन जीरो ने, तो अपने को स्केलर मैट्रिक्स भी नहीं है। स्क्यू सिमेट्रिक वास्ते आपको चेक करना पड़ेगा, बाय डेफिनेशन भी चेक कर सकते हो। आप इहदा ट्रांसपोज लिख लेंगे हैं। ट्रांसपोज किवें लिखोगे, फर्स्ट रो नूं फर्स्ट कॉलम बनाता, सैकेंड रो नूं सैकेंड कॉलम बनाता। इहदे विचों देखो अगर आप चेक करिए माइनस कॉमन कर लिया तो इस तरह आप इहनूं लिख सकते हैं। मैट्रिक्स दे विच अगर माइनस मल्टीप्लाई करना हो, हरेक एलीमेंट नाल माइनस मल्टीप्लाई होएगा तो बन जाएगा। तो कितना बन गया -A। सो दिस इज ए स्क्यू सिमेट्रिक मैट्रिक्स। वैसे भी देखो जो 1 2 पोजीशन ते बैठा 2 1 पोजीशन के माइनस का फर्क है, डायगोनल एलीमेंट्स ये 0 ने। सो अपने को स्क्यू सिमेट्रिक मैट्रिक्स सीगा। हरेक स्केयर मैट्रिक्स नूं आपां सम ऑफ यूनिकली एक्सप्रेसिबल एज द सम ऑफ सिमेट्रिक एंड स्क्यू सिमेट्रिक मैट्रिक्स ट्रू है। दिस इज द थ्योरम।
अपने को एक रिजल्ट है जो सानू याद रखना है, तो ये बेस्ड अपने को 4 मार्क्स के क्वेश्चन भी बन सकते हैं, 6 मार्क्स के। नैक्सट है अपने को स्क्यू सिमेट्रिक मैट्रिक्स जो होंगे कहता 1 3 ते 3 1 कितना होएगा। देखो स्क्यू सिमेट्रिक दे विच हमेशा A13 इक्वल टू कितना होएगा A-31। अगर इन्होंने आप लैफ्ट हैंड साइड से ले आइए तो A13 प्लस A31 कितना हो जाएगा, दिस इज 0, दिस विल बी इक्वल टू 0। सो हुण अपना कंसैप्ट तो हो गया तकरीबन सारा जो आप रिवाइज करना सी। एक दो क्वेश्चन होर प्रैक्टिस कर लेने। ए मैट्रिक्स अगर सिमेट्रिक हैगा तो A ट्रांसपोज इक्वल टू A हुंदा, ठीक है। गिवन मैट्रिक्स ए आ, अगर सिमेट्रिक है दैन A ट्रांसपोज इज इक्वल टू A। सो 3 इधर ट्रांसपोज लिख लो, 3x प्लस 4 x प्लस 2 ये कादे इक्वल हो गया तुहाडे कोल 3x माइनस 2 3x प्लस 4 x प्लस 2। तो कोरस्पोंडिंग एलिमेंट्स बराबर होने चाहिए ने बाय इक्वलिटी ऑफ मैट्रिसेस। तो ए वाला एलिमेंट जो है इनू इक्वेट कर लो, 3x प्लस 4 इक्वल टू x माइनस 2, इधर माइनस हो गया, दिस इज 2x, और इधर जाके माइनस हो गया -6, x इक्वल टू -3 आ गया। सो करेक्ट ऑप्शन केड़ी आ गया अपने को -3। नेक्स्ट है एक कहना स्केयर मैट्रिक्स है ए ट्रांसपोज माइनस ए की हुंदा। अगर कोई चेक करना हो ना ए ट्रांसपोज माइनस ए सिमेट्रिक है, स्क्यू सिमेट्रिक है, या किसी तरह का, तो आप ट्रांसपोज ले लिया करो। अगर यदा आप ट्रांसपोज ले लीए बाय प्रॉपर्टीज की सीगा, देखो ए माइनस बी का ट्रांसपोज कादे इक्वल हुंदा ए ट्रांसपोज माइनस बी ट्रांसपोज। ये बन गया अपने को ए ट्रांसपोज का ट्रांसपोज। इहदे नाल अपनी प्रॉपर्टी की रिवीजन हो जाएगी, जो प्रॉपर्टीज पढ़िया सी ट्रांसपोज वालियां। ए ट्रांसपोज का ट्रांसपोज ए हो गया माइनस ए ट्रांसपोज। अगर एक ध्यान नाल देखोगे इन्हां दोनों दे विच माइनस का फर्क आ, माइनस कॉमन कर लो, ए ट्रांसपोज माइनस। सो एक मैट्रिक्स का ट्रांसपोज लिया, क्योंकि ए ट्रांसपोज माइनस ए भी एक मैट्रिक्स ही हुंदा, ट्रांसपोज लैके माइनस का फर्क पै गया, दिस इज ए स्क्यू सिमेट्रिक मैट्रिक्स। अगर सेम तुसीं करके देखोगे ए प्लस ए ट्रांसपोज ए सिमेट्रिक बनता हुंदा है, दिस इज ए सिमेट्रिक मैट्रिक्स। नैक्सट है ए बी माइनस बी ए चेक करना, बहुत इंपॉर्टेंट क्वेश्चन है, काफ़ी बार पेपर च भी आया हुआ है। अगर ये चेक करना है भी ये अपने को सिमेट्रिक है या स्क्यू सिमेट्रिक है, ठीक है। जीरो मैट्रिक्स तो देखो ये तो आप कह नहीं सकते, या आइडेंटिटी मैट्रिक्स जो तक एलीमेंट्स बारे नहीं पता, सिमेट्रिक या स्क्यू सिमेट्रिक वाली ऑप्शन ही बन सकती है। तुसी प्रॉपर्टीज लगा दो, पहले मैट्रिक्स का ट्रांसपोज माइनस बी ए का ट्रांसपोज, बाय रिवर्सल लॉ ऑफ प्रॉपर्टीज आ गया बी ट्रांसपोज ए ट्रांसपोज, ये बन जाएगा ए ट्रांसपोज बी ट्रांसपोज। तो प्रॉपर्टी लगा दिया, क्योंकि ए ते बी दोनों की ने सिमेट्रिक ने, अगर ये सिमेट्रिक ने तो बी ट्रांसपोज कितना बन गया बी, ए ट्रांसपोज बन गया ए। सिमिलरली ए ट्रांसपोज ए बन गया, बी ट्रांसपोज बी बन गया। तो गिवन मैट्रिक्स जिहड़ा हैगा ए बी माइनस बी ए, ये अपने कोल तो ये विचों माइनस आपां कॉमन कढ लिया, तो माइनस कॉमन कढ के आ गया तुहाडे कोल माइनस ए बी माइनस बी ए। सो माइनस का डिफरेंस रह गया दोनों के विचों। अगर सेम आ जाता तो सिमेट्रिक हो जाता, सो दिस इज ए स्क्यू सिमेट्रिक। अगर सेम क्वेश्चन आप लिखना हो ए बी प्लस बी ए, दिस इज ए सिमेट्रिक मैट्रिक्स। ये तुसी खुद करके देख सकते हो। लास्ट क्वेश्चन ट्राई करते हैं अज आप, कॉज अल्फा माइनस साइन अल्फा प्लस कॉज अल्फा, ए प्लस ए ट्रांसपोज इक्वल टू आइडेंटिटी मैट्रिक्स आ। अपने कोल कॉज अल्फा माइनस साइन अल्फा ये तो अपने कोल हैगा ए मैट्रिक्स। ਇਹਦੇ ਵਿੱਚ ਤੁਸੀਂ ऐड किया ਇਹਦਾ ट्रांसपोज, ਇਹਦਾ ट्रांसपोज आएगा ਇਹਦਾ अपने कोल कॉज अल्फा माइनस साइन अल्फा, ਇਹਦਾ ट्रांसपोज लिख लिया साइन अल्फा कॉज अल्फा इक्वल टू आइडेंटिटी मैट्रिक्स इतने 2/2 ऑर्डर का ही होएगा, इतने 1 लिखना सीगा 0 0 1। देखो कॉज अल्फा प्लस कॉज अल्फा कितना बन गया 2 कॉज अल्फा, ये 0, तो ये कितना बनेगा अपने को 2 कॉज अल्फा 0 0 2 कॉज अल्फा। तो इनू इक्वेट करना है 1 0 0
1 ਦੇ। तो बाई इक्वलिटी ऑफ मैट्रिसेस अपने को की बन गया 2 cos अल्फा इज इक्वल टू 1 आ गया। सो cos अल्फा इज इक्वल टू 1/2 क्योंकि सारे पर्टिकुलर सोल्यूशन की गल कर रहे हैं। अपने को अल्फा कितना आ जाएगा, किहड़े एंगल ते अपने को 1/2 हुंदा है। सो अल्फा इज इक्वल टू 60 डिग्री मीनस π/3 आ गया। करेक्ट ऑप्शन किहड़ी आएगी बी। तो दिस इज ऑल अबाउट टूडेज लैक्चर। मैनूं उम्मीद है कि तुहानूं लैक्चर चंगी तरह समझ आया होएगा ते सारे कंसैप्ट भी रिवाइज हो गए होणगे। सो प्लीज़ चैनल नूं लाइक जरूर करियो ते सबसक्राइब जरूर करियो ताकि अगे आने वाले वीडियो तुहाडे तक पहुंच सकन। सो थैंक यू बच्चों, थैंक यू।